ਡਾਕਟਰ ਜੋਸੇਫ ਮਰਫੀ ਦਾ ਅਗਲਾ ਲੇਖ ਹੈ ਮਾਨਸਿਕ ਤੌਰ 'ਤੇ ਜਵਾਨ ਰਹਿਣਾ। ਤੁਹਾਡਾ ਅਵਚੇਤਨ ਮਨ ਕਦੇ ਬੁੱਢਾ ਨਹੀਂ ਹੁੰਦਾ। ਇਹ ਅਜਰ, ਅਮਰ ਤੇ ਅਨੰਤ ਹੈ। ਇਹ ਈਸ਼ਵਰ ਦੇ ਸਦੀਵੀ ਮਸਤਿਸ਼ਕ ਦਾ ਅੰਸ਼ ਹੈ ਜਿਹੜਾ ਨਾ ਕਦੇ ਪੈਦਾ ਹੋਇਆ ਤੇ ਨਾ ਹੀ ਕਦੇ ਮਰੇਗਾ। ਥਕਾਨ ਜਾਂ ਬੁਢੇਪਾ ਤੁਹਾਡੀ ਅਧਿਆਤਮਿਕ ਗੁਣਵੱਤਾ ਜਾਂ ਸ਼ਕਤੀ ਉੱਤੇ ਕੋਈ ਪ੍ਰਭਾਵ ਨਹੀਂ ਪਾਉਂਦਾ। ਧੀਰਜ, ਦਿਆਲਤਾ, ਸੱਤ, ਨਿਮਰਤਾ, ਸਦਭਾਵਨਾ, ਸ਼ਾਂਤੀ, ਇਕਸੁਰਤਾ ਤੇ ਭਾਈਚਾਰਕ ਪ੍ਰੇਮ ਇਹੋ ਜਿਹੇ ਗੁਣ ਹੈ ਜਿਹੜੇ ਕਦੇ ਬੁੱਢੇ ਨਹੀਂ ਹੁੰਦੇ। ਜੇ ਤੁਸੀਂ ਇਹਨਾਂ ਗੁਣਾਂ ਨੂੰ ਆਪਣੇ ਜੀਵਨ 'ਚ ਲਗਾਤਾਰ ਵਧਣ ਫੁੱਲਣ ਦਿੰਦੇ ਹੋ ਤਾਂ ਤੁਸੀਂ ਹਮੇਸ਼ਾ ਮਨ ਨਾਲ ਜਵਾਨ ਬਣੇ ਰਹਿੰਦੇ ਹੋ। ਸਿਰਫ ਉਮਰ ਜਾਂ ਸਾਲ ਹੀ ਵਿਗਾੜ ਲਈ ਜ਼ਿੰਮੇਵਾਰ ਨਹੀਂ ਹੁੰਦੇ। ਇਹ ਸਮਾਂ ਨਹੀਂ ਬਲਕਿ ਸਮੇਂ ਦਾ ਡਰ ਹੈ ਜਿਹੜਾ ਸਾਡੇ ਦਿਲ ਦਿਮਾਗ ਤੇ ਬੁਢਾਪੇ ਦਾ ਹਾਨੀਕਾਰਕ ਪ੍ਰਭਾਵ ਪਾਉਂਦਾ ਹੈ। ਦਰਅਸਲ ਸਮੇਂ ਦੇ ਪ੍ਰਭਾਵ ਦੇ ਨਿਊਰੋਟਿਕ ਡਰ ਹੀ ਬੇਵਕਤੀ ਬੁਢਾਪੇ ਦਾ ਕਾਰਨ ਹੁੰਦੇ ਹੈ। ਇੰਨੇ ਸਾਲਾਂ ਦੀ ਸਮਾਜਿਕ ਸਕਰੀਅਤਾ 'ਚ ਮੈਨੂੰ ਮਸ਼ਹੂਰ ਵਿਅਕਤੀਆਂ ਦੀ ਜੀਵਨੀ ਪੜ੍ਹਨ ਦਾ ਅਵਸਰ ਮਿਲਿਆ ਜਿਨ੍ਹਾਂ ਨੇ ਆਪਣੀਆਂ ਉਸਾਰੂ ਗਤੀਵਿਧੀਆਂ ਜੀਵਨ ਦੀ ਆਮ ਅਵਧੀ ਤੋਂ ਜ਼ਿਆਦਾ ਸਾਲਾਂ ਤੱਕ ਜਾਰੀ ਰੱਖੀਆਂ। ਉਹਨਾਂ ਵਿੱਚੋਂ ਕੁਝ ਨੇ ਤਾਂ ਆਪਣੀਆਂ ਮਹਾਨਤਾ ਬੁਢਾਪੇ 'ਚ ਹਾਸਲ ਕੀਤੀਆਂ। ਇਹ ਮੇਰਾ ਸੁਭਾਗ ਰਿਹਾ ਕਿ ਮੈਂ ਇਹੋ ਜਿਹੇ ਅਸੰਖ ਵਿਅਕਤੀਆਂ ਨਾਲ ਮਿਲ ਚੁੱਕਿਆ ਤੇ ਉਹਨਾਂ ਨੂੰ ਜਾਣਦਾ ਜਿਹੜੇ ਕਿਸੇ ਖਾਸ ਮੁਕਾਮ 'ਤੇ ਨਹੀਂ ਪੁੱਜੇ, ਲੇਕਿਨ ਆਪਣੇ ਨਿਮਰ ਅੰਦਾਜ਼ ਵਿੱਚ ਉਹਨਾਂ ਨੇ ਇਹ ਸਾਬਤ ਕਰ ਵਿਖਾਇਆ ਕਿ ਬੁਢਾਪਾ ਮਸਤਿਸ਼ਕ ਤੇ ਸਰੀਰ ਦੀ ਰਚਨਾਤਮਕ ਸ਼ਕਤੀਆਂ ਨੂੰ ਨਸ਼ਟ ਨਹੀਂ ਕਰਦਾ। ਉਹ ਆਪਣੇ ਵਿਚਾਰਾਂ 'ਚ ਬੁੱਢਾ ਹੋ ਗਿਆ ਸੀ। ਕੁਝ ਸਾਲ ਪਹਿਲਾਂ ਮੈਂ ਲੰਡਨ 'ਚ ਇੱਕ ਪੁਰਾਣੇ ਦੋਸਤ ਨੂੰ ਮਿਲਿਆ। ਉਸ ਵੇਲੇ 80 ਸਾਲਾਂ ਦਾ ਸੀ। ਕਈ ਲੋਕਾਂ ਲਈ ਇਹ ਖੁਸ਼ੀ ਮਨਾਉਣ ਦਾ ਮੌਕਾ ਹੁੰਦਾ ਹੈ, ਲੇਕਿਨ ਦੁਰਭਾਗ ਨਾਲ ਉਹਦੇ ਲਈ ਇਹੋ ਜਿਹਾ ਨਹੀਂ ਸੀ। ਉਹਨੂੰ ਦੇਖ ਕੇ ਮੈਨੂੰ ਬੜਾ ਸਦਮਾ ਲੱਗਾ। ਉਹ ਕਮਜ਼ੋਰ ਦਿਖ ਰਿਹਾ ਸੀ, ਬਿਮਾਰ ਵੀ। ਹਾਲਾਂਕਿ ਉਹਨੇ ਸਵੀਕਾਰ ਕੀਤਾ ਕਿ ਉਹਦੇ ਡਾਕਟਰ ਨੂੰ ਕੋਈ ਖਾਸ ਬਿਮਾਰੀ ਨਜ਼ਰ ਨਹੀਂ ਆਈ ਸੀ। ਡਾਕਟਰ ਮੂਰਖ ਹੁੰਦੇ ਹੈ, ਉਹਨੇ ਝੱਲਾ ਕੇ ਕਿਹਾ। ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਕਿ ਮੇਰੀ ਬਿਮਾਰੀ ਕੀ ਹੈ। ਜ਼ਿੰਦਗੀ ਆਪੇ ਇੱਕ ਰੋਗ ਬਣ ਚੁੱਕੀ ਹੈ। ਮੈਂ ਉਹਨੂੰ ਪੁੱਛਿਆ ਇਹਦਾ ਕੀ ਮਤਲਬ ਹੈ। ਉਹਨੇ ਚੀਕਦਿਆਂ ਕਿਹਾ, ਕੋਈ ਵੀ ਮੈਨੂੰ ਨਹੀਂ ਚਾਹੁੰਦਾ, ਕਿਸੇ ਨੂੰ ਵੀ ਮੇਰੀ ਲੋੜ ਨਹੀਂ ਹੈ ਤੇ ਉਹਨਾਂ ਨੂੰ ਕਿਉਂ ਹੋਵੇ। ਮੈਂ ਕਿਸੇ ਲਈ ਕਿਸੇ ਕੰਮ ਦਾ ਨਹੀਂ ਹਾਂ। ਅਸੀਂ ਪੈਦਾ ਹੁੰਦੇ ਹਾਂ, ਵੱਡੇ ਹੁੰਦੇ ਹਾਂ, ਬੁੱਢੇ ਹੁੰਦੇ ਹਾਂ, ਮਰ ਜਾਂਦੇ ਹਾਂ, ਬਸ ਕਹਾਣੀ ਖਤਮ। ਮੈਂ ਦੇਖ ਲਿਆ ਕਿ ਇੱਕ ਤਰ੍ਹਾਂ ਨਾਲ ਉਹਨੇ ਆਪਣੀ ਬਿਮਾਰੀ ਨੂੰ ਠੀਕ ਸਮਝਿਆ ਸੀ। ਉਹ ਬਿਮਾਰ ਸੀ ਜ਼ਿੰਦਗੀ ਦੇ ਕਾਰਨ ਨਹੀਂ ਬਲਕਿ ਜ਼ਿੰਦਗੀ ਨੂੰ ਵੇਖਣ ਦੇ ਤਰੀਕੇ ਕਾਰਨ। ਬੇਅਰਥੀ ਤੇ ਮਹੱਤਵਹੀਣਤਾ ਦੇ ਮਾਨਸਿਕ ਨਜ਼ਰੀਏ ਦੇ ਕਾਰਨ ਉਹ ਬਿਮਾਰ ਸੀ। ਉਹ ਸਿਰਫ ਬੁਢਾਪੇ ਨੂੰ ਦੇਖ ਰਿਹਾ ਸੀ ਤੇ ਉਸ ਤੋਂ ਬਾਅਦ ਕੁਛ ਨਹੀਂ। ਦਰਅਸਲ ਉਹ ਆਪਣੇ ਵਿਚਾਰਾਂ 'ਚ ਬੁੱਢਾ ਹੋ ਗਿਆ ਸੀ। ਉਹਦੇ ਅਵਚੇਤਨ ਮਨ ਦੇ ਹਰ ਉਸ ਚੀਜ਼ ਨੂੰ ਸਾਕਾਰ ਕਰਤਾ ਜਿਹਦੀ ਉਹ ਆਸ ਕਰ ਰਿਹਾ ਸੀ ਤੇ ਡਰ ਰਿਹਾ ਸੀ। ਬੁਢਾਪਾ ਬੁੱਧੀ ਦਾ ਪੌ ਫੁਟਾਲਾ ਮਤਲਬ ਸਵੇਰ। ਬਦਕਿਸਮਤੀ ਨਾਲ ਕਈ ਲੋਕ ਇਸ ਦੁਖੀ ਵਿਅਕਤੀ ਵਾਂਗ ਨਜ਼ਰੀਆ ਵਿਕਸਿਤ ਕਰ ਲੈਂਦੇ ਆ। ਉਹਨਾਂ ਨੂੰ ਉਸ ਚੀਜ਼ ਕੋਲੋਂ ਡਰ ਲੱਗਦਾ ਜਿਹਨੂੰ ਉਹ ਬੁਢਾਪਾ, ਅੰਤ ਤੇ ਸਮਾਪਤੀ ਕਹਿੰਦੇ ਆ। ਦਰਅਸਲ ਇਹਦਾ ਇਹ ਮਤਲਬ ਹੈ ਕਿ ਉਹ ਜੀਵਨ ਤੋਂ ਡਰ ਰਹੇ ਸੀ, ਲੇਕਿਨ ਜੀਵਨ ਅਨੰਤ ਹੈ। ਬੁਢਾਪਾ ਸਾਲਾਂ ਦੀ ਉਡਾਨ ਨਹੀਂ ਬਲਕਿ ਬੁੱਧੀ ਦਾ ਪੌ ਫੁਟਾਲਾ ਹੈ। ਬੁੱਧੀ ਤੁਹਾਡੇ ਅਵਚੇਤਨ ਮਨ 'ਚ ਅੰਤਰੀ ਜ਼ਬਰਦਸਤ ਅਧਿਆਤਮਕ ਸ਼ਕਤੀਆਂ ਦੀ ਜਾਗਰੂਕਤਾ ਤੇ ਇਹ ਗਿਆਨ ਹੈ ਕਿ ਪੂਰਨ ਤੇ ਸੁਖੀ ਜੀਵਨ ਜਿਉਣ ਲਈ ਇਹਨਾਂ ਸ਼ਕਤੀਆਂ ਦਾ ਇਸਤੇਮਾਲ ਕਿਵੇਂ ਕੀਤਾ ਜਾਏ। ਆਪਣੇ ਦਿਮਾਗ 'ਚ ਇਹ ਗੱਲ ਹਮੇਸ਼ਾ ਲਈ ਕੱਢ ਦਿਓ ਕਿ 65, 75 ਜਾਂ 85 ਸਾਲ ਦੀ ਉਮਰ ਤੁਹਾਡੇ ਜਾਂ ਕਿਸੇ ਹੋਰ ਲਈ ਅੰਤ ਦਾ ਦੂਜਾ ਨਾਂ ਹੈ। ਇਹ ਸ਼ਾਨਦਾਰ, ਲਾਹੇਵੰਦ, ਸਰਗਰਮ ਤੇ ਸਭ ਤੋਂ ਜ਼ਿਆਦਾ ਉਪਯੋਗੀ ਜੀਵਨ ਤੰਤਰ ਦੀ ਸ਼ੁਰੂਆਤ ਹੋ ਸਕਦੀ ਹੈ। ਸ਼ਾਇਦ ਪਹਿਲਾਂ ਤੋਂ ਵੀ ਜ਼ਿਆਦਾ ਚੰਗੀ। ਇਹ 'ਤੇ ਯਕੀਨ ਕਰੋ, ਇਹਦੀ ਆਸ ਕਰੋ, ਤੁਹਾਡਾ ਅਵਚੇਤਨ ਇਹਨੂੰ ਸਾਕਾਰ ਕਰ ਦੇਵੇਗਾ। ਪਰਿਵਰਤਨ ਦਾ ਸਵਾਗਤ ਕਰੋ। ਬੁਢਾਪਾ ਕੋਈ ਦੁਖਦ ਘਟਨਾ ਨਹੀਂ ਹੈ। ਅਸੀਂ ਇਹਨੂੰ ਬੁਢਾਪੇ ਦੀ ਪ੍ਰਕਿਰਿਆ ਕਹਿੰਦੇ ਹਾਂ। ਇਹ ਦਰਅਸਲ ਪਰਿਵਰਤਨ ਹੈ। ਇਹਦਾ ਖੁਸ਼ੀ ਨਾਲ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਮਾਨਵ ਜੀਵਨ ਦਾ ਹਰ ਪਹਿਲੂ ਉਸ ਰਾਹ ਦੇ ਅੱਗੇ ਇੱਕ ਕਦਮ ਹੈ ਜਿਹਦਾ ਕੋਈ ਅੰਤ ਨਹੀਂ ਹੈ। ਸਾਡੇ ਕੋਲ ਇਹੋ ਜਿਹੀਆਂ ਬੜੀਆਂ ਸ਼ਕਤੀਆਂ ਜਿਹੜੀਆਂ ਸਾਡੇ ਸਰੀਰਕ ਸ਼ਕਤੀਆਂ ਦੀਆਂ ਸੀਮਾਵਾਂ ਤੋਂ ਪਾਰ ਜਾਂਦੀਆਂ। ਸਾਡੇ ਕੋਲ ਅਦਭੁਤ ਇੰਦਰੀਆਂ ਜਿਹੜੀਆਂ ਸਾਡੀਆਂ 5 ਸਰੀਰਕ ਇੰਦਰੀਆਂ ਦੀ ਸੀਮਾਵਾਂ ਨੂੰ ਪਾਰ ਕਰ ਜਾਂਦੀਆਂ। ਜੀਵਨ ਅਧਿਆਤਮਕ ਤੇ ਸਦੀਵੀ ਹੈ। ਸਾਨੂੰ ਕਦੇ ਬੁੱਢੇ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਜੀਵਨ ਜਾਂ ਈਸ਼ਵਰ ਕਦੇ ਬੁੱਢਾ ਨਹੀਂ ਹੋ ਸਕਦਾ। ਬਾਈਬਲ 'ਚ ਕਿਹਾ ਗਿਆ ਹੈ ਕਿ ਈਸ਼ਵਰ ਹੀ ਜੀਵਨ ਹੈ। ਜੀਵਨ ਨਿੱਤ ਨਵਾਂ ਹੋਣ ਵਾਲਾ ਹੈ, ਸਦੀਵੀ ਤੇ ਅਵਿਨਾਸ਼ੀ ਹੈ ਤੇ ਇਹ ਸਾਰੇ ਲੋਕਾਂ ਬਾਰੇ ਸੱਚ ਵੀ ਹੈ। ਜੀਵਨ ਹੈ। ਇੱਕ ਮਹਿਲਾ ਨੇ ਇੱਕ ਵਾਰੀ ਬਿਜਲੀ ਦੇ ਜਾਦੂਗਰ ਥਾਮਸ ਐਡੀਸਨ ਨੂੰ ਪੁੱਛਿਆ ਸੀ, ਮਿਸਟਰ ਐਡੀਸਨ, ਬਿਜਲੀ ਕੀ ਹੈ? ਉਹਨਾਂ ਨੇ ਜਵਾਬ ਦਿੱਤਾ, ਮੈਡਮ, ਬਿਜਲੀ ਹੈ, ਇਹਦਾ ਇਸਤੇਮਾਲ ਕਰੋ। ਬਿਜਲੀ ਉਹ ਨਾਂ ਹੈ ਜਿਹੜਾ ਸਾਨੂੰ ਇੱਕ
ਅਦ੍ਰਿਸ਼ ਸ਼ਕਤੀ ਨੂੰ ਦਿੰਦਾ ਹੈ, ਜਿਹਨੂੰ ਅਸੀਂ ਪੂਰੀ ਤਰ੍ਹਾਂ ਨਹੀਂ ਸਮਝਦੇ। ਬਹਰਹਾਲ ਸਾਨੂੰ ਬਿਜਲੀ ਦੇ ਸਿਧਾਂਤਾਂ ਤੇ ਇਹਦੇ ਪ੍ਰਯੋਗਾਂ ਬਾਰੇ ਜਿੰਨਾ ਸਿੱਖ ਸਕਦੇ ਹਾਂ ਸਿੱਖਦੇ ਹਾਂ। ਅਸੀਂ ਅਸੰਖ ਤਰੀਕਿਆਂ ਨਾਲ ਇਹਦਾ ਇਸਤੇਮਾਲ ਕਰਦੇ ਹਾਂ। ਵਿਗਿਆਨਕ ਆਪਣੀਆਂ ਅੱਖਾਂ ਨਾਲ ਇਲੈਕਟ੍ਰੋਨ ਨੂੰ ਨਹੀਂ ਦੇਖ ਸਕਦੇ, ਫਿਰ ਵੀ ਉਹ ਇਸ ਵਿਗਿਆਨਕ ਤੱਥ ਦੇ ਤੌਰ 'ਤੇ ਸਵੀਕਾਰ ਕਰਦੇ ਹੈ, ਕਿਉਂਕਿ ਇੱਕ ਹੋਰ ਪ੍ਰਯੋਗਾਤਮਕ ਸਬੂਤਾਂ ਨਾਲ ਮੇਲ ਖਾਣ ਵਾਲਾ ਇਕੱਲਾ ਜਾਇਜ਼ ਨਤੀਜਾ ਹੈ। ਅਸੀਂ ਜੀਵਨ ਨੂੰ ਨਹੀਂ ਦੇਖ ਸਕਦੇ, ਬਹਰਹਾਲ ਅਸੀਂ ਜਾਣਦੇ ਹਾਂ ਅਸੀਂ ਜਿੰਦਾ ਹਾਂ, ਜੀਵਨ ਹੈ, ਅਤੇ ਅਸੀਂ ਇੱਥੇ ਇਹਦੀ ਪੂਰੀ ਸੁੰਦਰਤਾ ਅਤੇ ਮਹਿਮਾ 'ਚ ਵਿਅਕਤ ਕਰਨ ਲਈ ਆਏ ਹਾਂ। ਮਸਤਿਸ਼ਕ ਤੇ ਆਤਮਾ ਕਦੇ ਬੁੱਢੇ ਨਹੀਂ ਹੁੰਦੇ। ਬਾਈਬਲ ਕਹਿੰਦੀ ਹੈ ਇਹ ਸਦੀਵੀ ਜੀਵਨ ਹੈ, ਤਾਂ ਕਿ ਉਹ ਤੁਹਾਨੂੰ ਇਕਲੌਤੇ ਸੱਚੇ ਈਸ਼ਵਰ ਦੇ ਰੂਪ 'ਚ ਜਾਣ ਸਕੇ। ਜਿਹੜਾ ਵੀ ਸੋਚਦਾ ਜਾਂ ਮੰਨਦਾ ਹੈ ਕਿ ਜਨਮ, ਕਿਸ਼ੋਰ ਅਵਸਥਾ, ਜਵਾਨੀ, ਪ੍ਰੌੜਤਾ ਅਤੇ ਬੁਢਾਪੇ ਦਾ ਧਰਤੀ 'ਤੇ ਚੱਕਰ ਹੀ ਜੀਵਨ ਹੈ, ਉਹ ਅਸਲ 'ਚ ਦਇਆ ਦਾ ਪਾਤਰ ਹੈ। ਇਸ ਤਰ੍ਹਾਂ ਦੇ ਵਿਅਕਤੀ ਦਾ ਕੋਈ ਲੰਗਰ ਨਹੀਂ, ਕੋਈ ਆਸ਼ਾ ਨਹੀਂ, ਕੋਈ ਸੁਪਨਾ ਨਹੀਂ। ਇਸ ਤਰ੍ਹਾਂ ਦੇ ਵਿਅਕਤੀ ਲਈ ਜੀਵਨ ਦਾ ਕੋਈ ਅਰਥ ਨਹੀਂ ਹੈ। ਇਸ ਤਰ੍ਹਾਂ ਦਾ ਵਿਸ਼ਵਾਸ ਕੁੰਠਾ, ਠਹਿਰਾਓ, ਸਨਕੀਪਣ, ਇੱਕ ਤਰ੍ਹਾਂ ਦੀ ਨਿਰਾਸ਼ਾ ਲਿਆਉਂਦਾ ਹੈ, ਜਿਹੜੀ ਨਿਊਰੋਸਿਸ ਦੇ ਸਾਰੇ ਤਰ੍ਹਾਂ ਦੇ ਮਾਨਸਿਕ ਵਿਕਾਰਾਂ ਵੱਲ ਲੈ ਜਾਂਦੀ ਹੈ। ਕੀ ਹੋਏਗਾ ਜਦੋਂ ਤੁਸੀਂ ਟੈਨਿਸ ਦਾ ਤੇਜ਼ ਮੈਚ ਨਹੀਂ ਖੇਡ ਪਾਓਗੇ, ਜਾਂ ਆਪਣੇ ਬੱਚਿਆਂ ਜਿੰਨਾ ਤੇਜ਼ ਨਹੀਂ ਤੁਰ ਪਾਓਗੇ? ਕੀ ਹੋਏਗਾ ਜਦੋਂ ਤੁਹਾਡਾ ਸਰੀਰ ਹੌਲਾ ਹੋ ਜਾਏਗਾ, ਜਾਂ ਤੁਸੀਂ ਹੌਲੀ ਚਾਲ ਨਾਲ ਚੱਲੋਗੇ? ਯਾਦ ਰੱਖੋ, ਜੀਵਨ ਨਿੱਤ ਨਵਾਂ ਚੋਲਾ ਬਦਲਦਾ ਹੈ। ਜਿਹਨੂੰ ਲੋਕ ਮੌਤ ਕਹਿੰਦੇ ਆ, ਉਹ ਜੀਵਨ ਦੀ ਇੱਕ ਹੋਰ ਆਯਾਮ ਵਿੱਚ ਇੱਕ ਨਵੇਂ ਸ਼ਹਿਰ ਦੀ ਸੈਰ ਕਰਨ ਵਰਗਾ ਹੈ। ਮੈਂ ਆਪਣੇ ਭਾਸ਼ਣ ਸੁਣਨ ਆਉਣ ਵਾਲੇ ਲੋਕਾਂ ਨੂੰ ਸਮਝਾਉਂਦਾ ਕਿ ਉਹਨਾਂ ਨੂੰ ਬੁਢਾਪੇ ਨੂੰ ਕਿਰਤੱਗਤਾ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਉਮਰ ਦੀ ਆਪਣੀ ਮਹਿਮਾ, ਸੁੰਦਰਤਾ ਅਤੇ ਬਖਸ਼ਿਸ਼ ਹੁੰਦੀ ਹੈ। ਸ਼ਾਂਤੀ, ਪ੍ਰੇਮ, ਖੁਸ਼ੀ, ਸੁੰਦਰਤਾ, ਗਿਆਨ, ਸਦਭਾਵਨਾ ਅਤੇ ਸਿਆਣਪ ਉਹ ਗੁਣ ਹਨ ਜਿਹੜੇ ਕਦੇ ਬੁੱਢੇ ਨਹੀਂ ਹੁੰਦੇ ਜਾਂ ਮਰਦੇ ਨਹੀਂ ਹੈ। ਕਵੀ ਤੇ ਦਾਰਸ਼ਨਿਕ ਰਾਲਫ ਵਾਲਡੋ ਐਮਰਸਨ ਨੇ ਕਿਹਾ ਸੀ, ਅਸੀਂ ਤਦ ਤੱਕ ਕਿਸੇ ਇਨਸਾਨ ਦੇ ਸਾਲ ਨਹੀਂ ਗਿਣਦੇ ਜਦ ਤੱਕ ਕਿ ਉਹਦੇ ਕੋਲ ਗਿਣਨ ਨੂੰ ਤੇ ਕੁਝ ਹੋਰ ਨਾ ਬਚਿਆ ਹੋਵੇ। ਤੁਹਾਡਾ ਚਰਿੱਤਰ ਤੁਹਾਡੇ ਮਸਤਿਸ਼ਕ ਦੀ ਗੁਣਵੱਤਾ, ਤੁਹਾਡੀ ਆਸਥਾ ਅਤੇ ਤੁਹਾਡੇ ਵਿਸ਼ਵਾਸ ਨਸ਼ਵਰ ਨਹੀਂ ਹਨ। ਤੁਸੀਂ ਓਨੇ ਹੀ ਜਵਾਨ ਹੋ ਜਿੰਨਾ ਆਪਣੇ ਆਪ ਨੂੰ ਮੰਨਦੇ ਹੋ। ਮੈਂ ਕੁਝ ਸਾਲਾਂ 'ਚ ਲੰਡਨ ਦੇ ਕੈਕਸਟਨ ਹਾਲ 'ਚ ਭਾਸ਼ਣ ਦਿੰਦਾ। ਇੰਜ ਦੇ ਇੱਕ ਭਾਸ਼ਣ ਤੋਂ ਬਾਅਦ ਇੱਕ ਸਰਜਨ ਮੈਨੂੰ ਮਿਲਣ ਆਇਆ। ਉਹਨੇ ਮੈਨੂੰ ਕਿਹਾ ਕਿ ਮੇਰੀ ਉਮਰ 84 ਸਾਲ ਹੈ। ਮੈਂ ਹਰ ਸਵੇਰੇ ਆਪਰੇਸ਼ਨ ਕਰਦਾ, ਦੁਪਹਿਰੇ ਮਰੀਜ਼ ਵੇਖਣ ਜਾਣਾ ਅਤੇ ਸ਼ਾਮ ਨੂੰ ਮੈਡੀਕਲ ਅਤੇ ਵਿਗਿਆਨਕ ਜਰਨਲਸ ਲਈ ਲੇਖ ਲਿਖਦਾ। ਉਹਦਾ ਨਜ਼ਰੀਆ ਇਹ ਸੀ ਕਿ ਓਨਾ ਹੀ ਉਪਯੋਗੀ ਹੈ ਜਿੰਨਾ ਉਹ ਆਪਣੇ ਆਪ ਨੂੰ ਮੰਨਦਾ ਹੈ, ਓਨਾ ਹੀ ਜਵਾਨ ਹੈ ਜਿੰਨੇ ਉਹਦੇ ਵਿਚਾਰ ਹੈ। ਉਹਨੇ ਮੈਨੂੰ ਕਿਹਾ ਕਿ ਤੁਸੀਂ ਹੁਣੇ ਜੋ ਕੁਝ ਕਿਹਾ ਹੈ ਉਹ ਬਿਲਕੁਲ ਸਹੀ ਹੈ। ਵਿਅਕਤੀ ਓਨਾ ਹੀ ਤਾਕਤਵਰ ਹੁੰਦਾ ਜਿੰਨਾ ਉਹ ਆਪਣੇ ਆਪ ਨੂੰ ਮੰਨਦਾ ਹੈ, ਓਨਾ ਹੀ ਮੁੱਲਵਾਨ ਹੁੰਦਾ ਜਿੰਨਾ ਉਹ ਆਪਣੇ ਆਪ ਨੂੰ ਸਮਝਦਾ ਹੈ। ਇਸ ਸਰਜਨ ਨੇ ਬੁਢਾਪੇ ਦੇ ਸਾਹਮਣੇ ਗੋਡੇ ਨਹੀਂ ਟੇਕੇ। ਉਹ ਜਾਣਦਾ ਸੀ ਉਹ ਅਮਰ ਹੈ। ਉਹਦੀ ਅੰਤਲੀ ਟਿੱਪਣੀ ਇਹ ਸੀ, ਜੇਕਰ ਮੈਂ ਕੱਲ੍ਹ ਮਰ ਜਾਵਾਂ ਤਾਂ ਮੈਂ ਅਗਲੇ ਆਯਾਮ 'ਚ ਲੋਕਾਂ ਦਾ ਇਲਾਜ ਕਰਾਂਗਾ, ਸ਼ਾਇਦ ਸਰਜਰੀ ਦੇ ਔਜ਼ਾਰਾਂ ਨਾਲ ਨਹੀਂ, ਬਲਕਿ ਮਾਨਸਿਕ ਤੇ ਅਧਿਆਤਮਕ ਸਰਜਰੀ। ਤੁਹਾਡੇ ਚਿੱਟੇ ਵਾਲ ਸੰਪਤੀ ਹਨ। ਕਦੇ ਵੀ ਇਹ ਸੋਚ ਕੇ ਕਿਸੇ ਅਫਸਰ ਤੋਂ ਮੂੰਹ ਨਾ ਮੋੜੋ, ਮੇਰੀ ਉਮਰ ਇੰਨੀ ਜ਼ਿਆਦਾ ਹੈ, ਇਹਦਾ ਫਾਇਦਾ ਨਹੀਂ ਲੈ ਸਕਦਾ। ਇਸ ਸੋਚ ਦਾ ਨਤੀਜਾ ਠਹਿਰਾਓ ਤੇ ਮਾਨਸਿਕ ਮ੍ਰਿਤੂ ਹੈ। ਜੇ ਤੁਸੀਂ ਵਿਸ਼ਵਾਸ ਕਰ ਲੈਂਦੇ ਹੋ ਕਿ ਤੁਸੀਂ ਖਤਮ ਹੋ ਚੁੱਕੇ ਹੋ, ਤਾਂ ਤੁਹਾਡਾ ਅਵਚੇਤਨ ਮਨ ਉਸ ਵਿਸ਼ਵਾਸ ਨੂੰ ਸਵੀਕਾਰ ਕਰ ਲਏਗਾ, ਉਹਨੂੰ ਹਕੀਕਤ 'ਚ ਬਦਲ ਦੇਵੇਗਾ। ਕੁਝ ਲੋਕ 30 ਸਾਲ ਦੀ ਉਮਰ 'ਚ ਹੀ ਬੁੱਢੇ ਹੋ ਜਾਂਦੇ ਆ, ਜਦ ਕਿ ਕੁਝ 80 ਸਾਲ 'ਚ ਵੀ ਜਵਾਨ ਰਹਿੰਦੇ ਆ। ਮਸਤਿਸ਼ਕ ਹੀ ਸਭ ਤੋਂ ਵੱਡਾ ਬੁਣਕਰ, ਆਰਕੀਟੈਕਟ, ਡਿਜ਼ਾਈਨਰ, ਮੂਰਤੀਕਾਰ ਹੈ। ਨਾਟਕਕਾਰ ਜਾਰਜ ਬਰਨਾਰਡ ਸ਼ਾਹ 90 ਸਾਲ ਦੀ ਉਮਰ 'ਚ ਸਰਗਰਮ ਸੀ ਅਤੇ ਉਹਨਾਂ ਦੇ ਮਸਤਿਸ਼ਕ ਦੀ ਕਲਾਤਮਕ ਗੁਣਵੱਤਾ ਕਦੇ ਸ਼ਿਥਲ ਨਹੀਂ ਹੋਈ। ਮੈਂ ਇਹੋ ਜਿਹੇ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਮਿਲਦਾ ਜਿਹੜੇ ਦੱਸਦੇ ਆ ਕਿ ਕਈ ਨਿਯੋਕਤਾ ਇਹ ਸੁਣਦੇ ਹੀ ਉਹਨਾਂ ਨੂੰ ਨੌਕਰੀ 'ਤੇ ਨਹੀਂ ਰੱਖਦੇ ਕਿ ਉਹਨਾਂ ਦੀ ਉਮਰ 40 ਤੋਂ ਜ਼ਿਆਦਾ ਹੈ। ਕੰਪਨੀ ਦੇ ਮਾਲਕਾਂ ਦਾ ਇਹ ਨਜ਼ਰੀਆ ਭਾਵਹੀਨ, ਕਠੋਰ ਤੇ ਕਰੁਣਾ ਤੇ ਸਿਆਣਪ ਤੋਂ ਵਾਂਝਾ ਹੈ। ਕਿਸੇ ਨੇ ਕਿਹਾ ਸੀ 35 ਸਾਲ ਤੋਂ ਘੱਟ ਉਮਰ ਵਾਲਾ ਹੀ ਬੁੱਧੀਮਾਨ ਹੁੰਦਾ ਹੈ। ਇਹਦੇ ਪਿੱਛੇ ਤਰਕ ਖੋਖਲਾ ਤੇ ਅਰਥਹੀਣ ਹੈ। ਜੇ ਕੰਪਨੀ ਦਾ ਮਾਲਕ ਸੋਚੇ ਤਾਂ ਉਹਨੂੰ ਇਹ ਅਹਿਸਾਸ ਹੋਏਗਾ ਕਿ ਉਹ ਵਿਅਕਤੀ ਆਪਣੀ ਉਮਰ ਜਾਂ ਚਿੱਟੇ ਵਾਲ ਨਹੀਂ ਵੇਚ ਰਿਹਾ। ਇਹਦੀ ਬਜਾਏ ਉਹ ਆਪਣੇ ਗੁਣ, ਅਨੁਭਵ ਤੇ ਬੁੱਧੀਮੱਤਾ ਦੇਣਾ ਚਾਹੁੰਦਾ ਹੈ, ਜਿਹੜੇ ਉਹਦੇ ਜੀਵਨ ਦੇ ਬਾਜ਼ਾਰ ਵਿੱਚ ਸਾਲਾਂ ਦੇ ਅਨੁਭਵ ਨਾਲ ਇਕੱਤਰ ਕੀਤੇ ਹਨ। ਉਮਰ ਇੱਕ ਸੰਪਤੀ ਹੈ। ਤੁਹਾਡੀ ਉਮਰ ਕਿਸੇ ਵੀ ਸੰਗਠਨ ਲਈ ਸਪਸ਼ਟ ਤੌਰ 'ਤੇ ਸੰਪਤੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਇੰਨੇ ਸਾਲਾਂ ਤੱਕ ਸੁਨਹਿਰੇ ਨਿਯਮਾਂ ਦੇ ਸਿਧਾਂਤਾਂ, ਪ੍ਰੇਮ ਤੇ ਸਦਭਾਵ ਦੇ ਨਿਯਮਾਂ ਦਾ ਅਭਿਆਸ ਕੀਤਾ ਹੈ। ਤੁਹਾਡੇ ਚਿੱਟੇ ਵਾਲ, ਜੇ ਤੁਹਾਡੇ ਵਾਲ ਬਚੇ ਹੋਣ ਤਾਂ ਜ਼ਿਆਦਾ ਬੁੱਧੀਮਾਨੀ, ਯੋਗਤਾ ਤੇ ਸਿਆਣਪ ਦਰਸਾਉਂਦੀ ਹੈ। ਤੁਹਾਡੀ ਭਾਵਨਾਤਮਕ ਤੇ ਅਧਿਆਤਮਕ ਪ੍ਰੌੜਤਾ ਕਿਸੇ ਵੀ ਸੰਸਥਾਨ ਲਈ
ਬੜੀ ਵੱਡੀ ਬਖਸ਼ਿਸ਼ ਹੋਣਾ ਚਾਹੀਦੀ ਹੈ। ਲੋਕਾਂ ਨੂੰ 65 ਜਾਂ ਕਿਸੇ ਵੀ ਉਮਰ 'ਚ ਹਾਸ਼ੀਏ ਉੱਤੇ ਨਹੀਂ ਕਰਨਾ ਚਾਹੀਦਾ। ਜੀਵਨ ਦੇ ਇਸ ਮੁਕਾਮ ਦੇ ਉਹ ਕਰਮਚਾਰੀਆਂ ਦੀ ਸਮੱਸਿਆ ਸੁਲਝਾਉਣ, ਭਵਿੱਖ ਦੀਆਂ ਯੋਜਨਾਵਾਂ ਬਣਾਉਣ, ਨਿਰਣੇ ਲੈਣ ਜਾਂ ਰਚਨਾਤਮਕ ਵਿਚਾਰਾਂ ਦੇ ਖੇਤਰ 'ਚ ਦੂਜਿਆਂ ਦਾ ਮਾਰਗਦਰਸ਼ਨ ਕਰਨ 'ਚ ਸਭ ਤੋਂ ਜ਼ਿਆਦਾ ਉਪਯੋਗੀ ਸਾਬਤ ਹੋ ਸਕਦੇ ਹੈ, ਕਿਉਂਕਿ ਬਿਜ਼ਨਸ ਦੀ ਪ੍ਰਕਿਰਤੀ ਬਾਰੇ ਉਹਨਾਂ ਦਾ ਗਿਆਨ ਤੇ ਅਨੁਭਵ ਬਹੁਤ ਜ਼ਿਆਦਾ ਹੈ। ਆਪਣੀ ਉਮਰ ਦੇ ਬਣੋ, ਇਸ ਬਿਜ਼ਨਸ ਨਾਲ ਮੇਰਾ ਮਨ ਭਰ ਗਿਆ। ਹਾਲੀਵੁੱਡ ਦੇ ਇੱਕ ਪਟਕਥਾ ਲੇਖਕ ਨੇ ਮੈਨੂੰ ਕਿਹਾ, ਮੈਂ ਸਾਲਾਂ ਤੱਕ ਆਲਾ ਦਰਜੇ ਦਾ ਕੰਮ ਕੀਤਾ। ਮੈਂ ਆਪਣੀ ਕਲਾ ਨੂੰ ਬਾਕੀ ਕਿਸੇ ਤੋਂ ਵੀ ਚੰਗੀ ਤਰ੍ਹਾਂ ਜਾਣਦਾ। ਮੈਂ ਦੁਨੀਆ ਭਰ ਦੇ ਫਿਲਮ ਸਮਾਗਮਾਂ 'ਚ ਇਨਾਮ ਜਿੱਤੇ ਹੈ। ਹੈਰਾਨ ਹੋ ਕੇ ਮੈਂ ਪੁੱਛਿਆ, ਫਿਰ ਕੀ ਗੜਬੜ ਹੋ ਗਈ? ਉਹਨੇ ਆਪਣੇ ਹੱਥ ਉਛਾਲੇ। ਮੈਂ ਪਿਛਲੇ ਦਿਨੀਂ ਇੱਕ ਕਹਾਣੀ ਸੰਮੇਲਨ 'ਚ ਗਿਆ। ਉੱਥੇ 30 ਸਾਲਾਂ ਦਾ ਸਟੂਡੀਓ ਐਗਜ਼ੀਕਿਊਟਿਵ ਮੈਨੂੰ ਬੋਲਿਆ, ਮੈਂ ਅੱਜ ਦੇ ਦਰਸ਼ਕਾਂ ਨਾਲ ਤਾਲਮੇਲ ਨਹੀਂ ਬਿਠਾ ਸਕਦਾ। ਜਦੋਂ ਮੈਂ ਤਰਕ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੈਨੂੰ ਦੱਸਿਆ ਕਿ ਉਸੇ ਇਹੋ ਜਿਹੀ ਕੋਈ ਪਟਕਥਾ ਨਹੀਂ ਚਾਹੀਦੀ ਜਿਹੜੀ 12 ਤੋਂ 18 ਸਾਲ ਤੱਕ ਦੇ ਮੁੰਡਿਆਂ ਦੇ ਦਿਮਾਗ ਤੇ ਰੁਚੀ ਦੇ ਅਨੁਰੂਪ ਨਾ ਹੋ। ਮੈਂ ਉੱਠ ਕੇ ਬਾਹਰ ਚਲਾ ਆਇਆ। ਇਹ ਦੁਖਦ ਸਥਿਤੀ ਹੈ। ਜੇ ਇਸ ਤਰ੍ਹਾਂ ਦਾ ਮਾਨਸਿਕ ਭੋਜਨ ਖਿਲਾਇਆ ਜਾਏ ਤਾਂ ਬਹੁਤ ਸੰਖਿਅਕ ਲੋਕ ਭਾਵਨਾਤਮਕ ਤੇ ਅਧਿਆਤਮਕ ਪ੍ਰੌੜਤਾ ਦੀ ਕਿਵੇਂ ਉਮੀਦ ਕਰ ਸਕਦੇ ਹੈ? ਉਹ ਆਪਣੇ ਅੰਦਰ ਛੁਪੀ ਵਿਅਕਤੀਗਤ ਵਿਕਾਸ ਦੀ ਸੰਭਾਵਨਾ ਨੂੰ ਨਹੀਂ ਦੇਖ ਪਾਉਂਦੇ। ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਚੜ੍ਹਦੀ ਜਵਾਨੀ ਨੂੰ ਮਹਿਮਾ ਮੰਡਿਤ ਕਰਨਾ ਚਾਹੀਦਾ ਹੈ, ਭਾਵੇਂ ਘਬਰੇਟ ਅਵਸਥਾ ਦਾ ਅਰਥ ਅਸਲ 'ਚ ਅਨੁਭਵਹੀਣਤਾ, ਗਿਆਨ ਦੀ ਥੁੜ ਤੇ ਜਲਦਬਾਜ਼ੀ ਭਰੇ ਨਿਰਣੇ ਹੋਣ। ਮੈਂ ਉਹਨਾਂ ਵਿੱਚੋਂ ਸਾਰਿਆਂ ਤੋਂ ਚੰਗੇ ਦੀ ਬਰਾਬਰੀ ਕਰ ਸਕਦਾ। ਮੈਂ 60 ਸਾਲ ਤੋਂ ਜ਼ਿਆਦਾ ਦੇ ਇਹੋ ਜਿਹੇ ਦਰਜਨਾਂ ਲੋਕਾਂ ਨੂੰ ਜਾਣਦਾ ਜਿਹੜੇ ਜਵਾਨ ਬਣੇ ਰਹਿਣ ਦੇ ਪਾਗਲਪਨ ਭਰੀ ਮੁਹਿੰਮ 'ਚ ਸਮਾਂ ਬਰਬਾਦ ਕਰਦੇ ਹਨ। ਉਹ ਫੈਸ਼ਨੇਬਲ ਦਵਾਈਆਂ ਲੈਂਦੇ ਹਨ, ਫੈਸ਼ਨੇਬਲ ਡਾਈਟਿੰਗ ਕਰਦੇ ਹਨ, ਆਪਣੇ ਪੈਸਿਆਂ ਨੂੰ ਸਥਾਈ ਐਕਸਰਸਾਈਜ਼ ਮਸ਼ੀਨਾਂ 'ਤੇ ਬਰਬਾਦ ਕਰਦੇ ਹਨ ਜਿਨ੍ਹਾਂ ਦਾ ਗੁਣਗਾਨ TV ਉੱਤੇ ਕੀਤਾ ਜਾਂਦਾ ਹੈ। ਜ਼ਿਆਦਾ ਪੈਸੇ ਵਾਲੇ ਲੋਕ ਸਪਾ ਟ੍ਰੀਟਮੈਂਟ ਲੈਂਦੇ ਹਨ, ਲਿੰਪੋਸਕਸ਼ਨ ਤੇ ਕਾਸਮੈਟਿਕ ਸਰਜਰੀ ਕਰਵਾਉਂਦੇ ਹਨ। ਉਹ ਬੇਅਰਥੇ ਅੰਦਾਜ਼ 'ਚ ਲਗਾਤਾਰ ਚੀਕਦੇ ਰਹਿੰਦੇ ਹਨ। ਦੇਖੋ, ਮੈਂ ਉਹਨਾਂ ਵਿੱਚੋਂ ਚੰਗੇ ਤੋਂ ਚੰਗੇ ਦੀ ਬਰਾਬਰੀ ਕਰ ਸਕਦਾ। ਇਹਨਾਂ ਲੋਕਾਂ ਨੂੰ ਇੱਕ ਮਹਾਨ ਸੱਚਾਈ ਯਾਦ ਰੱਖਣੀ ਚਾਹੀਦੀ ਹੈ। ਇਨਸਾਨ ਆਪਣੇ ਦਿਲ ਵਿੱਚ ਜਿਵੇਂ ਸੋਚਦਾ ਉਂਝ ਹੀ ਉਹ ਹੁੰਦਾ। ਡਾਈਟਿੰਗ, ਮਲਟੀਵਾਈਟਾਮਿਨ ਤੇ ਹੋਰ ਬਾਕੀ ਸਾਰੀ ਤਰ੍ਹਾਂ ਦੇ ਸਹਾਰੇ ਇਹਨਾਂ ਲੋਕਾਂ ਨੂੰ ਜਵਾਨ ਨਹੀਂ ਰੱਖਣਗੇ। ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ ਕਿ ਉਹ ਆਪਣੀ ਸੋਚ ਦੇ ਅਨੁਰੂਪ ਹੀ ਜਵਾਨ ਜਾਂ ਬੁੱਢੇ ਹੋਣਗੇ। ਅਵਚੇਤਨ ਮਨ ਵਿਚਾਰਾਂ ਦੇ ਅਨੁਰੂਪ ਬਣਦਾ ਹੈ। ਜੇ ਤੁਸੀਂ ਅਧਿਆਤਮਿਕ ਤੌਰ 'ਤੇ ਜਵਾਨ ਬਣੇ ਰਹੋਗੇ, ਭਾਵੇਂ ਤੁਹਾਡੀ ਉਮਰ ਕਿੰਨੀ ਵੀ ਕਿਉਂ ਨਾ ਹੋ ਜਾਏ। ਬੁਢਾਪੇ ਦਾ ਡਰ। ਜੌਬ ਨੇ ਕਿਹਾ ਸੀ, ਜਿਸ ਚੀਜ਼ ਦਾ ਮੈਨੂੰ ਇੰਨਾ ਜ਼ਿਆਦਾ ਡਰ ਸੀ ਉਹ ਹੋ ਗਈ ਹੈ। ਕਈ ਲੋਕ ਬੁਢਾਪੇ ਤੋਂ ਡਰਦੇ ਆ। ਉਹ ਭਵਿੱਖ ਬਾਰੇ ਅਨਿਸ਼ਚਿਤ ਰਹਿੰਦੇ ਆ ਕਿਉਂਕਿ ਉਹ ਉਮਰ ਦੇ ਵਧਣ ਨਾਲ ਮਾਨਸਿਕ ਤੇ ਸਰੀਰਕ ਪਤਨ ਦੀ ਉਮੀਦ ਕਰਦੇ ਆ। ਉਹ ਜਿਵੇਂ ਸੋਚਦੇ ਆ, ਮਹਿਸੂਸ ਕਰਦੇ ਉਂਝ ਹੀ ਹੋ ਜਾਂਦਾ ਹੈ। ਤੁਸੀਂ ਬੁੱਢੇ ਤਦ ਹੁੰਦੇ ਹੋ ਜਦ ਤੁਸੀਂ ਜੀਵਨ 'ਚ ਦਿਲਚਸਪੀ ਖੋ ਜਾਂਦੇ ਹੋ, ਸੁਪਨੇ ਦੇਖਣਾ ਛੱਡ ਦਿੰਦੇ ਹੋ, ਨਵੀਆਂ ਸੱਚਾਈਆਂ ਦੇ ਭੁੱਖੇ ਨਹੀਂ ਰਹਿੰਦੇ ਤੇ ਜਿੱਤਣ ਲਈ ਨਵੇਂ ਸੰਸਾਰਾਂ ਦੀ ਖੋਜ ਨਹੀਂ ਕਰਦੇ। ਜਦੋਂ ਤੱਕ ਤੁਹਾਡਾ ਮਸਤਿਸ਼ਕ ਨਵੇਂ ਵਿਚਾਰਾਂ ਦੇ ਰੁਚੀਆਂ ਲਈ ਖੁੱਲ੍ਹਿਆ ਹੁੰਦਾ ਹੈ, ਜਦੋਂ ਤੱਕ ਤੁਸੀਂ ਪਰਦਾ ਚੁੱਕ ਕੇ ਧੁੱਪ ਅੰਦਰ ਆਉਣ ਦਿੰਦੇ ਹੋ, ਜਦੋਂ ਤੱਕ ਤੁਸੀਂ ਜੀਵਨ ਦੇ ਬ੍ਰਹਿਮੰਡ ਦੀਆਂ ਨਵੀਆਂ ਸੱਚਾਈਆਂ ਦੀ ਪ੍ਰੇਰਨਾ ਨੂੰ ਗ੍ਰਹਿਣ ਕਰਦੇ ਹੋ, ਉਦੋਂ ਤੱਕ ਤੁਸੀਂ ਜਵਾਨ ਤੇ ਜੀਵਨਮਈ ਬਣੇ ਰਹਿੰਦੇ ਹੋ। ਤੁਹਾਡੇ ਕੋਲ ਦੇਣ ਲਈ ਬੜਾ ਕੁਝ ਹੈ। ਭਾਵੇਂ ਤੁਸੀਂ 65 ਸਾਲ ਦੇ ਹੋ ਜਾਂ 95 ਦੇ, ਤੁਹਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਦੇਣ ਲਈ ਬੜਾ ਕੁਝ ਹੈ। ਤੁਸੀਂ ਨੌਜਵਾਨ ਪੀੜ੍ਹੀ ਨੂੰ ਸਥਿਰ ਕਰਕੇ ਸਲਾਹ ਦੇਣ ਦੇ ਨਿਰਦੇਸ਼ਿਤ ਕਰਨ 'ਚ ਮਦਦ ਕਰ ਸਕਦੇ ਹੋ। ਤੁਸੀਂ ਆਪਣੇ ਗਿਆਨ, ਅਨੁਭਵ ਤੇ ਬੁੱਧੀਮਾਨੀ ਦਾ ਫਾਇਦਾ ਦੇ ਸਕਦੇ ਹੋ। ਤੁਸੀਂ ਹਮੇਸ਼ਾ ਅੱਗੇ ਦੇਖ ਸਕਦੇ ਹੋ ਕਿਉਂਕਿ ਤੁਸੀਂ ਅਸੀਮ ਜੀਵਨ ਨੂੰ ਦੇਖ ਰਹੇ ਹੋ। ਤੁਸੀਂ ਪਾਓਗੇ ਕਿ ਜੀਵਨ ਚਮਤਕਾਰਾਂ ਤੇ ਅਸਚਰਜਾਂ ਨਾਲ ਭਰਿਆ ਪਿਆ ਹੈ। ਦਿਨ 'ਚ ਹਰ ਪਲ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਇੰਜ ਕਰਨ ਤੇ ਤੁਸੀਂ ਪਾਓਗੇ ਕਿ ਤੁਹਾਡਾ ਮਸਤਿਸ਼ਕ ਹਮੇਸ਼ਾ ਜਵਾਨ ਬਣਿਆ ਰਹਿੰਦਾ ਹੈ। 110 ਸਾਲ ਦੀ ਉਮਰ। ਕੁਝ ਸਾਲ ਪਹਿਲਾਂ ਭਾਰਤ ਅੰਦਰ ਮੁੰਬਈ 'ਚ ਭਾਸ਼ਣ ਦੇਣ ਵੇਲੇ ਮੇਰਾ ਪਰਿਚੈ ਇੱਕ ਇਹੋ ਜਿਹੇ ਵਿਅਕਤੀ ਨਾਲ ਕਰਾਇਆ ਗਿਆ ਜਿਹਦੀ ਉਮਰ ਉਹਦੇ ਦੋਸਤਾਂ ਮੁਤਾਬਕ 110 ਸਾਲ ਸੀ। ਉਹਦਾ ਚਿਹਰਾ ਬੜਾ ਸੁੰਦਰ ਸੀ। ਉਹ ਆਂਤਰਿਕ ਪ੍ਰਕਾਸ਼ ਨਾਲ ਲਿਸ਼ਕ ਰਿਹਾ ਸੀ। ਉਹਦੀਆਂ ਅੱਖਾਂ 'ਚ ਦੁਰਲੱਭ ਸੁੰਦਰਤਾ ਸੀ। ਮੈਂ ਦੇਖ ਸਕਦਾ ਸੀ ਉਹ ਖੁਸ਼ੀ-ਖੁਸ਼ੀ ਬੁੱਢਾ ਹੋਇਆ ਸੀ। ਇਹੋ ਜਿਹਾ ਕੋਈ ਵੀ ਚਿੰਨ੍ਹ ਨਹੀਂ ਸੀ ਕਿ ਉਹਦੇ ਦਿਮਾਗ ਨੇ ਇਹਦੀ ਰੌਸ਼ਨੀ ਨੂੰ ਧੁੰਦਲਾ ਕੀਤਾ ਹੋਵੇ। ਰਿਟਾਇਰਮੈਂਟ ਇੱਕ ਨਵੀਂ ਮੁਹਿੰਮ। ਇਹ ਜਾਣ ਲਓ ਕਿ ਤੁਹਾਡਾ ਦਿਮਾਗ ਕਦੇ ਰਿਟਾਇਰ ਨਹੀਂ ਹੁੰਦਾ। ਤੁਹਾਡਾ ਦਿਮਾਗ ਪੈਰਾਸ਼ੂਟ ਵਾਂਗ ਹੋਣਾ ਚਾਹੀਦਾ ਹੈ। ਇਹਦਾ ਤਦ ਤੱਕ ਕੋਈ ਉਪਯੋਗ ਨਹੀਂ ਹੈ ਜਦ ਤੱਕ ਇਹ ਖੁੱਲ੍ਹਿਆ ਨਾ ਹੋਵੇ। ਨਵੇਂ ਵਿਚਾਰਾਂ ਪ੍ਰਤੀ ਖੁੱਲ੍ਹੇ ਤੇ ਗ੍ਰਹਿਣਸ਼ੀਲ ਰਹੋ। ਮੈਂ 65 ਤੇ 70 ਸਾਲ ਦੇ ਲੋਕਾਂ ਨੂੰ ਰਿਟਾਇਰ ਹੁੰਦੇ ਵੇਖਿਆ।
ਉਹਨਾਂ ਦੇ ਜੀਵਨ 'ਚ ਠਹਿਰਾਓ ਆ ਜਾਂਦਾ ਹੈ। ਕੁਝ ਮਹੀਨਿਆਂ 'ਚ ਉਹ ਚੱਲ ਵਸਦੇ ਹੈ। ਜ਼ਾਹਰ ਹੈ ਉਹ ਇਹ ਮਹਿਸੂਸ ਕਰਦੇ ਆ ਕਿ ਉਹਨਾਂ ਦਾ ਜੀਵਨ ਖਤਮ ਹੋ ਗਿਆ, ਕਿਉਂਕਿ ਇੰਝ ਸੋਚਦੇ ਆ, ਇਸ ਲਈ ਇੰਝ ਹੋ ਜਾਂਦਾ। ਰਿਟਾਇਰਮੈਂਟ ਇੱਕ ਨਵੀਂ ਮੁਹਿੰਮ, ਇੱਕ ਨਵੀਂ ਚੁਣੌਤੀ, ਇੱਕ ਨਵਾਂ ਰਾਹ, ਇੱਕ ਨਵੇਂ ਸੁਪਨੇ ਦੀ ਸ਼ੁਰੂਆਤ ਹੋ ਸਕਦੀ ਹੈ। ਕਿਸੇ ਨੂੰ ਇਹ ਕਹਿੰਦੇ ਸੁਣਨਾ ਬੜਾ ਹੀ ਨਿਰਾਸ਼ਾਜਨਕ ਹੁੰਦਾ ਹੈ, ਹੁਣ ਮੈਂ ਰਿਟਾਇਰ ਹੋ ਚੁੱਕਾ, ਹੁਣ ਕੀ ਕਰਾਂਗਾ। ਉਹ ਦਰਅਸਲ ਇਹ ਕਹਿ ਰਿਹਾ ਹੈ ਕਿ ਮੈਂ ਸਰੀਰਕ ਤੇ ਮਾਨਸਿਕ ਤੌਰ ਤੇ ਮਰ ਚੁੱਕਿਆ, ਮੇਰਾ ਮਸਤਿਸ਼ਕ ਵਿਚਾਰਾਂ ਤੋਂ ਦਿਵਾਲੀਆ ਹੋ ਗਿਆ। ਇਹ ਝੂਠੀ ਤਸਵੀਰ ਹੈ। ਸੱਚਾਈ ਇਹ ਹੈ ਕਿ ਤੁਸੀਂ 60 ਸਾਲ ਦੀ ਬਜਾਏ 90 ਸਾਲ ਦੀ ਉਮਰ 'ਚ ਜ਼ਿਆਦਾ ਹਾਸਲ ਕਰ ਸਕਦੇ ਹੋ, ਕਿਉਂਕਿ ਤੁਹਾਡੇ ਨਵੇਂ ਅਧਿਆਏ ਤੇ ਦਿਲਚਸਪੀ ਕਾਰਨ ਤੁਹਾਡੀ ਸਮਝਦਾਰੀ, ਜੀਵਨ ਤੇ ਬ੍ਰਹਿਮੰਡ ਦੀ ਸਮਝ ਹਰ ਦਿਨ ਵੱਧ ਰਹੀ ਹੈ। ਉਹ ਇੱਕ ਬਿਹਤਰ ਕੰਮ 'ਚ ਲੱਗ ਗਿਆ। ਫਰੈਂਕ ਡਬਲਿਊ ਇੱਕ ਐਗਜ਼ੀਕਿਊਟਿਵ ਤੇ ਮੇਰਾ ਗੁਆਂਢੀ ਹੈ। ਕੁਝ ਮਹੀਨੇ ਪਹਿਲਾਂ ਉਹਨਾਂ ਨੂੰ ਜਬਰਨ ਨੌਕਰੀ ਤੋਂ ਕੱਢ ਦਿੱਤਾ ਗਿਆ। ਕੰਪਨੀ ਨੇ ਉਹਨਾਂ ਨੂੰ ਦੱਸਿਆ ਕਿ ਨਵੀਂ ਪੁਨਰਗਠਨ ਯੋਜਨਾ ਦੇ ਕਾਰਨ ਇੰਝ ਕੀਤਾ ਗਿਆ, ਲੇਕਿਨ ਉਹਨਾਂ ਦਾ ਮੰਨਣਾ ਸੀ ਕਿ ਅਸਲ ਕਾਰਨ ਇਹ ਸੀ ਕਿ ਉਹਨਾਂ ਦੀ ਉਮਰ 65 ਸਾਲ ਹੋ ਚੁੱਕੀ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਿਤਕਰੇ ਦੇ ਸ਼ਿਕਾਰ ਬਣਨ ਬਾਰੇ ਕੁਝ ਕੁੜੱਤਣ ਮਹਿਸੂਸ ਕਰਦੇ ਹੋ, ਕਿ ਤੁਸੀਂ ਅਦਾਲਤ ਵਿੱਚ ਮੁਕੱਦਮਾ ਦਾਇਰ ਕਰੋਗੇ। ਉਹਨਾਂ ਨੇ ਹੱਸਦੇ ਕਿਹਾ, ਮੈਨੂੰ ਲੱਗਦਾ ਮੈਂ ਕਰ ਸਕਦਾ ਤੇ ਮੈਨੂੰ ਆਸ ਹੈ ਕਿ ਮੈਂ ਅਦਾਲਤ ਵਿੱਚ ਆਸਾਨੀ ਨਾਲ ਜਿੱਤ ਵੀ ਜਾਵਾਂਗਾ, ਲੇਕਿਨ ਮੈਂ ਆਪਣੇ ਸਮਾਂ ਤੇ ਊਰਜਾ ਕਿਉਂ ਇਸ ਤਰ੍ਹਾਂ ਬਰਬਾਦ ਕਰਾਂ। ਮੈਂ ਨੌਕਰੀ ਨਹੀਂ ਖੋਈ, ਕੰਪਨੀ ਨੇ ਮੇਰੀਆਂ ਸੇਵਾਵਾਂ ਖੋ ਦਿੱਤੀਆਂ। ਉਹਨਾਂ ਨੇ ਠਹਿਰ ਕੇ ਅੱਗੇ ਕਿਹਾ, ਮੈਂ ਇਹਨੂੰ ਜਿਸ ਤਰ੍ਹਾਂ ਦੇਖਦਾ ਜਿਵੇਂ ਮੈਨੂੰ ਹੁਣੇ ਕਿੰਡਰਗਾਰਟਨ ਤੋਂ ਫਰਸਟ ਗ੍ਰੇਡ ਵਿੱਚ ਪ੍ਰਮੋਸ਼ਨ ਮਿਲਿਆ। ਤੁਹਾਡਾ ਕੀ ਮਤਲਬ ਹੈ? ਦੇਖੋ, ਉਹਨਾਂ ਨੇ ਜਵਾਬ ਦਿੱਤਾ, ਜਦੋਂ ਮੈਂ ਹਾਈ ਸਕੂਲ ਪੂਰਾ ਕੀਤਾ ਸੀ ਤਾਂ ਪੌੜੀ ਦੀ ਅਗਲੀ ਪਾਇਦਾਨ ਚੜ੍ਹ ਕੇ ਕਾਲਜ ਪੁੱਜ ਗਿਆ। ਮੈਂ ਆਪਣੀ ਸਿੱਖਿਆ ਤੇ ਜੀਵਨ ਦੀ ਆਮ ਸਮਝ 'ਚ ਇੱਕ ਕਦਮ ਅੱਗੇ ਵਧਾ ਲਿਆ। ਮੇਰਾ ਕੈਰੀਅਰ ਇੱਕ ਹੋਰ ਕਦਮ ਸੀ, ਜਾਂ ਸ਼ਾਇਦ ਕਈ ਹੋਰ ਕਦਮ। ਹੁਣ ਮੈਂ ਉਹ ਕੰਮ ਕਰਨ ਲਈ ਆਜ਼ਾਦ ਹੋ ਗਿਆ ਜਿਨ੍ਹਾਂ ਨੂੰ ਮੈਂ ਹਮੇਸ਼ਾ ਤੋਂ ਕਰਨਾ ਚਾਹੁੰਦਾ ਸੀ। ਦੂਜੇ ਸ਼ਬਦਾਂ 'ਚ ਨੌਕਰੀ ਛੁੱਟਣਾ ਜੀਵਨ ਦੀ ਪੌੜੀ ਤੇ ਇੱਕ ਕਦਮ ਉੱਤੇ ਨੂੰ ਪੁੱਜਣਾ। ਫਰੈਂਕ ਇਸ ਸਮਝਦਾਰੀ ਭਰੇ ਨਤੀਜੇ ਤੇ ਪਹੁੰਚੇ ਕਿ ਉਹ ਹੁਣ ਪੈਸਾ ਕਮਾਉਣ ਤੇ ਧਿਆਨ ਕੇਂਦਰਿਤ ਨਹੀਂ ਕਰਨਗੇ। ਹੁਣ ਉਹ ਆਪਣਾ ਪੂਰਾ ਧਿਆਨ ਜੀਵਨ ਜਿਉਣ ਤੇ ਦੇਣਗੇ। ਉਹ ਸਾਲਾਂ ਤੋਂ ਸ਼ੌਕੀਆ ਫੋਟੋਗ੍ਰਾਫਰ ਸਨ। ਨੌਕਰੀ ਛੁੱਟਣ ਤੋਂ ਬਾਅਦ ਉਹਨਾਂ ਕੋਲ ਦੇ ਹੀ ਆਰਟ ਇੰਸਟੀਚਿਊਟ ਵਿੱਚ ਫੋਟੋਗ੍ਰਾਫਿਕ ਤਕਨੀਕ ਦਾ ਕੋਰਸ ਕੀਤਾ। ਦੁਨੀਆ ਦੀ ਸੈਰ ਤੇ ਗਏ। ਉਹ ਜਿੱਥੇ ਵੀ ਗਏ ਉੱਥੋਂ ਦੀਆਂ ਉਹਨਾਂ ਨੇ ਦਰਜਨਾਂ ਰੋਲ ਤਸਵੀਰਾਂ ਖਿੱਚੀਆਂ। ਹੁਣ ਉਹ ਕਈ ਸਮੂਹਾਂ ਤੇ ਕਲੱਬਾਂ 'ਚ ਭਾਸ਼ਣ ਦਿੰਦੇ ਆ ਤੇ ਉਹਨਾਂ ਦੀ ਮੰਗ ਵੱਧਦੀ ਜਾ ਰਹੀ ਹੈ। ਆਪਣੇ ਬਾਹਰ ਦੇ ਕਿਸੇ ਮਹੱਤਵਪੂਰਨ ਚੀਜ਼ 'ਚ ਦਿਲਚਸਪੀ ਲੈਣ ਦੇ ਅਸੰਖ ਤਰੀਕੇ ਹਨ। ਨਵੇਂ ਰਚਨਾਤਮਕ ਵਿਚਾਰਾਂ ਪ੍ਰਤੀ ਉਤਸ਼ਾਹੀ ਬਣੋ, ਅਧਿਆਤਮਕ ਪ੍ਰਗਤੀ ਕਰੋ ਤੇ ਸਿੱਖਦੇ ਤੇ ਵਿਕਾਸ ਕਰਦੇ ਰਹੋ। ਇਸ ਤਰ੍ਹਾਂ ਤੁਸੀਂ ਦਿਲ ਤੋਂ ਜਵਾਨ ਬਣੇ ਰਹਿੰਦੇ ਹੋ, ਕਿਉਂਕਿ ਤੁਸੀਂ ਨਵੀਆਂ ਸੱਚਾਈਆਂ ਦੇ ਭੁੱਖੇ ਪਿਆਸੇ ਹੋ। ਤੁਹਾਡਾ ਸਰੀਰ ਤੁਹਾਡੀ ਸੋਚ ਨੂੰ ਹਰ ਸਮੇਂ ਪ੍ਰਤੀਬਿੰਬਤ ਕਰਦਾ ਹੈ। ਤੁਹਾਨੂੰ ਸਮਾਜ ਦਾ ਕੈਦੀ ਨਹੀਂ, ਨਿਰਮਾਤਾ ਹੋਣਾ ਚਾਹੀਦਾ ਹੈ। ਜਿਹੜਾ ਕਾਨੂੰਨ ਕੰਪਨੀ ਦੇ ਮਾਲਕਾਂ ਨੂੰ ਕਰਮਚਾਰੀਆਂ ਤੋਂ ਉਮਰ ਦੇ ਆਧਾਰ ਤੇ ਵਿਤਕਰਾ ਕਰਨ ਤੋਂ ਰੋਕਦਾ ਹੈ, ਉਹ ਸਹੀ ਦਿਸ਼ਾ 'ਚ ਇੱਕ ਕਦਮ ਹੈ, ਲੇਕਿਨ ਕਾਨੂੰਨ ਇਕੱਲਾ ਹੀ ਲੋਕਾਂ ਦੀ ਸੋਚ ਨਹੀਂ ਬਦਲ ਸਕਦਾ। 65 ਸਾਲ ਦਾ ਕੋਈ ਵਿਅਕਤੀ ਮਾਨਸਿਕ, ਸਰੀਰਕ ਤੇ ਵਿਗਿਆਨਕ ਤੌਰ ਤੇ 30 ਸਾਲ ਦੇ ਕਈ ਲੋਕਾਂ ਨਾਲੋਂ ਜ਼ਿਆਦਾ ਜਵਾਨ ਹੋ ਸਕਦਾ ਹੈ। ਅਸੀਂ ਇੱਥੇ ਆਪਣੇ ਸ਼ਰਮ ਦੇ ਫਲਾਂ ਨਾ ਆਨੰਦ ਲੈਣ ਆਏ ਹਾਂ, ਉਪਯੋਗੀ ਬਣਨ ਆਏ ਹਾਂ, ਸਮਾਜ ਦੇ ਕੈਦੀ ਬਣਨ ਨਹੀਂ ਆਏ। ਜਿਹੜੀ ਸਾਡੀ ਉਮਰ ਦੇ ਕਾਰਨ ਸਾਨੂੰ ਆਲਸ ਦੀ ਸਜ਼ਾ ਦਿੰਦਾ ਹੈ। ਉਮਰ ਵਧਣ ਤੇ ਵਿਅਕਤੀ ਦਾ ਸਰੀਰ ਹੌਲੀ-ਹੌਲੀ ਸੁਸਤ ਹੋ ਜਾਂਦਾ ਹੈ, ਪਰ ਅਵਚੇਤਨ ਮਨ ਦੀ ਪ੍ਰੇਰਨਾ ਨਾਲ ਉਹਦਾ ਚੇਤਨ ਮਨ ਜ਼ਿਆਦਾ ਸਰਗਰਮ, ਚੁਸਤ, ਸਜੀਵ ਤੇ ਤੀਬਰ ਹੋ ਸਕਦਾ ਹੈ। ਦਰਅਸਲ ਮਸਤਿਸ਼ਕ ਕਦੇ ਬੁੱਢਾ ਨਹੀਂ ਹੁੰਦਾ। ਜੌਬ ਨੇ ਕਿਹਾ ਸੀ, ਉਹ ਕਾਸ਼ ਮੈਂ ਉਂਝ ਹੁੰਦਾ ਜਿਵੇਂ ਮਹੀਨਿਆਂ ਪਹਿਲਾਂ ਸੀ, ਜਿਨ੍ਹਾਂ ਦਿਨਾਂ 'ਚ ਈਸ਼ਵਰ ਨੇ ਮੇਰੀ ਰੱਖਿਆ ਕੀਤੀ ਸੀ, ਜਦੋਂ ਉਹਨਾਂ ਦੀ ਰੌਸ਼ਨੀ ਮੇਰੇ ਸਿਰ ਉੱਤੇ ਲਿਸ਼ਕੀ ਸੀ ਤੇ ਉਹਨਾਂ ਦੀ ਰੌਸ਼ਨੀ ਦੇ ਸਹਾਰੇ ਮੈਂ ਹਨੇਰੇ 'ਚ ਅੱਗੇ ਵਧਿਆ ਸੀ, ਜਦੋਂ ਮੈਂ ਆਪਣੀ ਜਵਾਨੀ ਦੇ ਦਿਨਾਂ ਵਿੱਚ ਸੀ, ਜਦੋਂ ਈਸ਼ਵਰ ਦਾ ਰਹੱਸ ਮੇਰੇ ਆਰਾਧਨਾ ਸਥਲ ਵਿੱਚ ਸੀ। ਸਦਾ ਜਵਾਨ ਦਾ ਰਹੱਸ। ਜਵਾਨੀ ਦੇ ਦਿਨਾਂ ਨੂੰ ਦੁਬਾਰਾ ਫੜਨ ਦੇ ਲਈ ਆਪਣੇ ਪੂਰੇ ਅਸਤਿਤਵ ਵਿੱਚ ਅਵਚੇਤਨ ਮਨ ਦੀ ਚਮਤਕਾਰੀ ਉਪਚਾਰਕ ਆਪਣੇ ਆਪ ਨੂੰ ਨਵਾਂ ਕਰਨ ਵਾਲੀ ਸ਼ਕਤੀ ਨੂੰ ਮਹਿਸੂਸ ਕਰੋ। ਜਾਣ ਲਓ ਕਿ ਤੁਸੀਂ ਪ੍ਰੇਰਿਤ ਹੋ, ਅਗਾਂਹ-ਵਧੂ ਹੋ, ਮੁੜ ਕੇ ਜਵਾਨ ਹੋਏ ਹੋ, ਨਵੀਂ ਫੁਰਤੀ ਪਾ ਚੁੱਕੇ ਹੋ ਤੇ ਅਧਿਆਤਮਕ ਤੌਰ ਤੇ ਰੀਚਾਰਜ ਹੋ ਚੁੱਕੇ ਹੋ। ਤੁਸੀਂ ਉਤਸ਼ਾਹ ਤੇ ਖੁਸ਼ੀ ਨਾਲ ਭਰਪੂਰ ਹੋ, ਜਿਵੇਂ ਆਪਣੀ ਜਵਾਨੀ ਦੇ ਦਿਨਾਂ 'ਚ ਸੀ, ਸਿਰਫ ਇਸ ਕਾਰਨ ਕਿਉਂਕਿ ਤੁਸੀਂ ਹਮੇਸ਼ਾ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਉਸ ਸੁਖਦ ਅਵਸਥਾ ਨੂੰ ਹਾਸਲ ਕਰ ਸਕਦੇ ਹੋ। ਜਿਹੜੀ ਰੌਸ਼ਨੀ ਤੁਹਾਡੇ ਸਿਰ 'ਤੇ ਲਿਸ਼ਕਦੀ ਹੈ, ਉਹ ਦੈਵੀ ਗਿਆਨ ਹੈ, ਉਹ ਰੱਬੀ ਗਿਆਨ ਹੈ। ਇਹ ਗਿਆਨ
ਤੁਹਾਡੇ ਸਾਹਮਣੇ ਹਰ ਉਸ ਚੀਜ਼ ਨੂੰ ਪ੍ਰਗਟ ਕਰ ਦਿੰਦਾ ਜਿਹਨੂੰ ਤੁਸੀਂ ਜਾਣਨ ਦੀ ਜ਼ਰੂਰਤ ਹੈ। ਭਲੇ ਹੀ ਹਾਲਾਤ ਕਿਹੋ ਜਿਹੇ ਵੀ ਦਿਸਣ, ਤੁਸੀਂ ਇਹਦੀ ਮਦਦ ਨਾਲ ਚੰਗਿਆਈ ਦੀ ਉਪਸਥਿਤੀ ਦੀ ਸਕਾਰਾਤਮਕ ਤਸਦੀਕ ਕਰ ਸਕਦੇ ਹੋ। ਤੁਸੀਂ ਆਪਣੇ ਅਵਚੇਤਨ ਮਨ ਦੇ ਮਾਰਗਦਰਸ਼ਨ 'ਚ ਚੱਲਦੇ ਹੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵੇਰ ਹੁੰਦੀ ਹੈ ਤੇ ਪਰਛਾਵੇਂ ਗਾਇਬ ਹੋ ਜਾਂਦੇ। ਸੁਪਨੇ ਦੇਖੋ। ਮੈਂ ਬੁੱਢਾ ਹਾਂ ਕਹਿਣ ਦੀ ਬਜਾਏ ਕਹੋ, ਮੈਂ ਦੈਵੀ ਜੀਵਨ ਦੇ ਵਿਧਾਨ ਵਿੱਚ ਸਿਆਣਾ ਹਾਂ। ਕੰਪਨੀ, ਅਖਬਾਰਾਂ ਜਾਂ ਅੰਕੜਿਆਂ ਨੂੰ ਆਪਣੇ ਸਾਹਮਣੇ ਬੁਢਾਪੇ ਦੀ ਤਸਵੀਰ ਰੱਖਣ ਦੀ ਇਜਾਜ਼ਤ ਨਾ ਦਿਓ। ਢਲਦੇ ਸਾਲ, ਸ਼ਕਤੀਹੀਣਤਾ, ਸਠਿਆਉਣਾ, ਬੇਅਰਥੀ, ਇਹਨਾਂ ਨੂੰ ਅਸਵੀਕਾਰ ਕਰ ਦਿਓ ਕਿਉਂਕਿ ਇਹ ਝੂਠ ਹੈ। ਇਸ ਤਰ੍ਹਾਂ ਦੇ ਭੈੜੇ ਪ੍ਰਚਾਰ ਨੂੰ ਮੰਨਣ ਤੋਂ ਇਨਕਾਰ ਕਰ ਦਿਓ। ਮੌਤ ਦੀ ਨਹੀਂ, ਜੀਵਨ ਦੀ ਪੁਸ਼ਟੀ ਕਰੋ। ਖੁਸ਼, ਸਿਹਤ, ਸਫਲ, ਸ਼ਾਂਤ ਤੇ ਤਾਕਤਵਰ ਵਿਅਕਤੀ ਦੇ ਤੌਰ ਤੇ ਆਪਣੀ ਤਸਵੀਰ ਨੂੰ ਦੇਖੋ। ਤੁਹਾਡਾ ਮਸਤਿਸ਼ਕ ਬੁੱਢਾ ਨਹੀਂ ਹੁੰਦਾ। ਮੋਢੀ ਹਾਰਟ ਸਰਜਨ ਮਾਈਕਲ ਡੇਬੇਕੀ ਨੇ ਲਹੂ ਦਾ ਪਹਿਲਾ ਰੋਲਰ ਪੰਪ 1932 'ਚ ਇਜਾਦ ਕੀਤਾ ਸੀ। ਉਹਨੇ ਦੱਸਿਆ, ਪੰਪ ਅੱਜ ਵੀ ਬਾਈਪਾਸ ਸਰਜਰੀ 'ਚ ਇਸਤੇਮਾਲ ਹੁੰਦਾ ਹੈ। 90 ਸਾਲ ਦੀ ਉਮਰ 'ਚ ਡਾਕਟਰ ਡੈਬਿਕੀ ਨੂੰ ਇੱਕ ਨਵੇਂ ਅਵਿਸ਼ਕਾਰ ਉੱਤੇ ਪ੍ਰਯੋਗ ਕਰਨ ਦੀ ਅਨੁਮਤੀ ਮਿਲੀ। ਇੱਕ ਛੋਟਾ ਪੰਪ ਸੀ ਜਿਹਨੂੰ ਗੰਭੀਰ ਹਿਰਦੇ ਰੋਗੀਆਂ ਦੇ ਸੀਨੇ 'ਚ ਲਾਇਆ ਜਾ ਸਕਦਾ ਸੀ। ਡੈਬਿਕੀ ਸਿਰਫ ਸ਼ੋਧ ਤੋਂ ਹੀ ਸੰਤੁਸ਼ਟ ਨਹੀਂ ਸੀ, ਉਹ ਸਰਜਰੀ ਵੀ ਕਰਦੇ ਰਹੇ। ਉਹਨਾਂ ਦੇ ਬਾਰੇ ਇੱਕ ਸਹਿਯੋਗੀ ਨੇ ਕਿਹਾ ਸੀ ਕਿ ਉਹਨਾਂ ਨੇ ਜਿੰਨਾ ਕੀਤਾ ਉਹਨਾਂ ਕਰਨ ਲਈ ਬਾਕੀ ਲੋਕਾਂ ਨੂੰ 5-6 ਜਨਮ ਲੈਣੇ ਪੈਣਗੇ। ਡੇਬਿਕੇ ਨੇ 90 ਸਾਲ ਦੀ ਉਮਰ 'ਚ ਆਪਣੇ ਜੀਵਨ ਦਰਸ਼ਨ ਦਾ ਸਾਰ ਇਸ ਤਰ੍ਹਾਂ ਵਿਅਕਤ ਕੀਤਾ ਸੀ, ਜਦੋਂ ਤੱਕ ਤੁਹਾਡੇ ਸਾਹਮਣੇ ਚੁਣੌਤੀਆਂ ਹਨ ਤੇ ਤੁਹਾਡਾ ਸਰੀਰਕ ਤੇ ਮਾਨਸਿਕ ਤੌਰ ਤੇ ਸਮਰੱਥਤਾ ਹੈ, ਤਦ ਤੱਕ ਜੀਵਨ ਰੋਮਾਂਚਕ ਤੇ ਸਫੂਰਤੀਪੂਰਨ ਹੈ। ਉਹਨਾਂ ਦਾ ਮਸਤਿਸ਼ਕ 99 ਦੀ ਉਮਰ 'ਚ ਚੁਸਤ ਸੀ। ਮੇਰੇ ਪਿਤਾ ਨੇ 65 ਸਾਲ ਦੀ ਉਮਰ 'ਚ ਫ੍ਰੈਂਚ ਭਾਸ਼ਾ ਸਿੱਖੀ। 70 ਸਾਲ ਦੀ ਉਮਰ 'ਚ ਇਹਦੇ ਮਾਹਰ ਬਣ ਗਏ। 60 ਸਾਲ ਤੋਂ ਜ਼ਿਆਦਾ ਉਮਰ 'ਚ ਗੈਲਿਕ ਦਾ ਅਧਿਐਨ ਕੀਤਾ। ਇਸ ਵਿਸ਼ੇ ਦੇ ਮਸ਼ਹੂਰ ਟੀਚਰ ਬਣ ਗਏ। ਉਹਨਾਂ ਨੇ ਉੱਚ ਸਿੱਖਿਆ ਦੇ ਇੱਕ ਇੰਸਟੀਚਿਊਟ 'ਚ ਮੇਰੀ ਭੈਣ ਦੀ ਤਦ ਤੱਕ ਮਦਦ ਕੀਤੀ ਜਦ ਤੱਕ ਕਿ ਉਹ 99 ਸਾਲ ਦੀ ਉਮਰ 'ਚ ਗੁਜ਼ਰ ਨਹੀਂ ਗਏ। 99 ਸਾਲ ਦੀ ਉਮਰ 'ਚ ਵੀ ਉਹਨਾਂ ਦਾ ਦਿਮਾਗ ਓਨਾ ਹੀ ਤੇਜ਼ ਸੀ ਜਿੰਨਾ ਕਿ 20 ਸਾਲ ਦੀ ਉਮਰ 'ਚ ਸੀ। ਸੱਚ ਤਾਂ ਇਹ ਹੈ ਕਿ ਉਮਰ ਦੇ ਨਾਲ ਉਹਨਾਂ ਦੀ ਤਾਰਕਿਕ ਸ਼ਕਤੀ ਜ਼ਿਆਦਾ ਤਿੱਖੀ ਹੁੰਦੀ ਗਈ। ਅਸਲ 'ਚ ਤੁਸੀਂ ਓਨੇ ਹੀ ਬੁੱਢੇ ਹੁੰਦੇ ਹੋ ਜਿੰਨਾ ਤੁਸੀਂ ਆਪਣੇ ਆਪ ਨੂੰ ਮੰਨਦੇ ਤੇ ਮਹਿਸੂਸ ਕਰਦੇ ਹੋ। ਸਾਨੂੰ ਬਜ਼ੁਰਗਾਂ ਦੀ ਲੋੜ ਹੈ। ਰੋਮਨ ਦੇਸ਼ ਭਗਤ ਮਾਰਕਸ ਪੋਸੀਰੀਅਸ ਕੇਟੋ ਨੇ 80 ਸਾਲ ਦੀ ਉਮਰ 'ਚ ਗ੍ਰੀਕ ਭਾਸ਼ਾ ਸਿੱਖੀ। ਮਹਾਨ ਜਰਮਨ ਅਮਰੀਕਨ ਕਲਾਕਾਰ ਮੈਡਮ ਅਰਨੇਸਟਾਈਨ ਸ਼ੂਮੇਨ ਹੈਂਕ ਦਾਦੀ ਬਣਨ ਤੋਂ ਬਾਅਦ ਆਪਣੀ ਸੰਗੀਤ ਸਫਲਤਾ ਦੀ ਟੀਸੀ ਤੇ ਪੁੱਜੀ। ਯੂਨਾਨੀ ਦਾਰਸ਼ਨਿਕ ਸੁਕਰਾਤ ਨੇ ਵਾਜਾ ਵਜਾਉਣਾ ਉਦੋਂ ਸਿੱਖਿਆ ਜਦੋਂ 80 ਸਾਲ ਦੇ ਸੀ। ਮਾਈਕਲ ਐਂਜਲੋ 80 ਸਾਲ ਦੀ ਉਮਰ 'ਚ ਆਪਣੀ ਸਭ ਤੋਂ ਮਹਾਨ ਕੈਨਵਸ ਉੱਤੇ ਪੇਂਟਿੰਗ ਕਰ ਰਹੇ ਸੀ। 80 ਸਾਲ ਦੀ ਉਮਰ 'ਚ ਸੀਓਸ ਸਾਈਮਨਾਇਡਸ ਨੇ ਕਵਿਤਾ ਦਾ ਇਨਾਮ ਜਿੱਤਿਆ। ਜੋਹਨਾਨ ਵਾਟ ਗੇਟੇ ਨੇ ਫਾਸਟ ਪੂਰਾ ਕੀਤਾ ਤੇ ਲਿਓਪਾਲਡ ਵਾਨ ਰੈਂਕੇ ਨੇ ਆਪਣੀ ਹਿਸਟਰੀ ਆਫ ਦ ਵਰਲਡ ਸ਼ੁਰੂ ਕੀਤੀ, ਜਿਹਨੂੰ ਉਹਨਾਂ ਨੇ 92 ਸਾਲ ਦੀ ਉਮਰ 'ਚ ਪੂਰਾ ਕੀਤਾ। ਐਲਫਰੇਡ ਲਾਰਡ ਟੈਨੀਸਨ ਨੇ 83 ਸਾਲ ਦੀ ਉਮਰ 'ਚ ਆਪਣੀ ਬਿਹਤਰੀਨ ਕਵਿਤਾ ਕ੍ਰਾਸਿੰਗ ਦ ਬਾਰ ਲਿਖੀ। ਆਈਜ਼ੈਕ ਨਿਊਟਨ 85 ਸਾਲ ਵਿੱਚ ਵੀ ਬਹੁਤ ਮਿਹਨਤ ਕਰਦੇ ਸੀ। 88 ਸਾਲ ਦੀ ਉਮਰ 'ਚ ਜੌਨ ਵੈਸਲੀ ਮੈਥੋਡਿਜ਼ਮ ਦੇ ਭਾਸ਼ਣ ਤੇ ਮਾਰਗਦਰਸ਼ਨ ਦੇ ਰਹੇ ਸਨ। ਫਰਾਂਸ ਦੀ ਜੈਨ ਲੂਈ ਕੈਲਮੈਂਟ ਇਹਨਾਂ ਲੋਕਾਂ ਜਿੰਨੀ ਮਸ਼ਹੂਰ ਨਹੀਂ ਸੀ। ਜਵਾਨੀ 'ਚੋਂ ਇੱਕ ਵਾਰ ਮਸ਼ਹੂਰ ਚਿੱਤਰਕਾਰ ਵਿਨਸੈਂਟ ਵਾਨ ਗਾਗ ਨਾਲ ਮਿਲੀ ਸੀ, ਲੇਕਿਨ ਇਸ ਨਾਲੋਂ ਹਰਮਨ ਪਿਆਰੀ ਨਹੀਂ ਹੋਈ। ਉਹਨਾਂ ਦੇ 100ਵੇਂ ਜਨਮ ਦਿਨ ਤੋਂ ਬਾਅਦ ਲੋਕਾਂ ਨੇ ਉਹਨਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਉਹਨਾਂ ਲਈ ਉਹ ਹਰ ਦਿਨ ਸਾਈਕਲ ਚਲਾਉਣਾ ਛੱਡਣ ਦਾ ਅਵਸਰ ਸੀ। 110ਵੇਂ ਜਨਮ ਦਿਨ ਤੇ ਕੈਲਮੈਂਟ ਨੂੰ ਦੁਨੀਆ ਭਰ ਤੋਂ ਵਧਾਈਆਂ ਤੇ ਸ਼ੁਭਕਾਮਨਾਵਾਂ ਮਿਲੀਆਂ। 118ਵੇਂ ਜਨਮ ਦਿਨ ਤੇ ਉਹਨਾਂ ਨੂੰ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਉਮਰ ਤੱਕ ਜੀਵਤ ਰਹਿਣ ਵਾਲਾ ਵਿਅਕਤੀ ਬਣਾ ਦਿੱਤਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਵੇਂ ਸੰਭਵ ਹੋਇਆ ਤਾਂ ਬੋਲੀ, ਮੈਂ ਹਰ ਮੌਕੇ ਤੇ ਆਨੰਦ ਮਾਣਿਆ। ਮੈਂ ਸਪਸ਼ਟਤਾ ਨਾਲ, ਨੈਤਿਕਤਾ ਨਾਲ ਤੇ ਬਿਨਾਂ ਪਛਤਾਵੇ ਦੇ ਕੰਮ ਲਿਆ। ਮੈਂ ਬੜੀ ਖੁਸ਼ਕਿਸਮਤ ਹਾਂ। 122 ਸਾਲ ਦੀ ਹੋਣ ਤੇ ਵੀ ਉਹਨਾਂ ਦੀ ਮੁਸਕਰਾਹਟ ਹਮੇਸ਼ਾ ਵਾਂਗ ਮੰਤਰ ਮੁਗਧ ਕਰਨ ਵਾਲੀ ਸੀ। ਸਾਨੂੰ ਆਪਣੇ ਸੀਨੀਅਰ ਸਿਟੀਜ਼ਨਾਂ ਨੂੰ ਉੱਚੇ ਅਹੁਦੇ ਤੇ ਰੱਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਵਰਗ ਦੇ ਫੁੱਲਾਂ ਨੂੰ ਧਰਤੀ ਤੇ ਲਿਆਉਣ ਦਾ ਹਰ ਮੌਕਾ ਦੇਣਾ ਚਾਹੀਦਾ ਹੈ। ਜੇ ਤੁਸੀਂ ਰਿਟਾਇਰ ਹੋ ਚੁੱਕੇ ਹੋ ਤਾਂ ਜੀਵਨ ਦੇ ਨਿਯਮਾਂ ਤੇ ਆਪਣੇ ਅਵਚੇਤਨ ਦੇ
ਅਸਚਰਜਾਂ ਵਿੱਚ ਰੁਚੀ ਲਓ। ਕੋਈ ਇਹੋ ਜਿਹਾ ਕੰਮ ਕਰੋ ਜਿਹਨੂੰ ਤੁਸੀਂ ਹਮੇਸ਼ਾ ਤੋਂ ਕਰਨਾ ਚਾਹੁੰਦੇ ਸੀ। ਨਵੇਂ ਵਿਸ਼ਿਆਂ ਦਾ ਅਧਿਐਨ ਕਰੋ, ਨਵੇਂ ਵਿਚਾਰਾਂ ਦੀ ਜਾਂਚ ਕਰੋ। ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰੋ, ਹੇ ਈਸ਼ਵਰ, ਜਿਸ ਤਰ੍ਹਾਂ ਮਿਰਗ ਜਲ ਧਾਰਾ ਵੱਲ ਭੱਜਦਾ ਹੈ, ਉਸੇ ਤਰ੍ਹਾਂ ਮੇਰੀ ਆਤਮਾ ਵੀ ਤੁਹਾਡੇ ਲਈ ਵਿਆਕੁਲ ਹੁੰਦੀ ਹੈ। ਬੁਢਾਪੇ ਦੇ ਫਲ। ਉਹਦਾ ਮਾਂਸ ਕਿਸੇ ਬੱਚੇ ਤੋਂ ਵੀ ਤਾਜ਼ਾ ਬਣਾ ਦਿੱਤਾ ਜਾਏਗਾ। ਉਹ ਆਪਣੀ ਜਵਾਨੀ ਦੇ ਦਿਨਾਂ 'ਚ ਪਹੁੰਚ ਜਾਏਗਾ। ਦਰਅਸਲ ਬੁਢਾਪੇ ਦਾ ਮਤਲਬ ਹੈ ਉੱਚਤਮ ਦ੍ਰਿਸ਼ਟੀਕੋਣ ਨਾਲ ਈਸ਼ਵਰ ਦੀਆਂ ਸੱਚਾਈਆਂ 'ਤੇ ਮਨਨ ਕਰਨਾ। ਇਹ ਅਹਿਸਾਸ ਕਰੋ ਕਿ ਤੁਸੀਂ ਇੱਕ ਅਨੰਤ ਯਾਤਰਾ 'ਤੇ ਹੋ। ਤੁਸੀਂ ਜੀਵਨ ਦੇ ਅਵਿਰਾਮ, ਅਥੱਕ, ਅਨੰਤ ਮਹਾਸਾਗਰ 'ਚ ਮਹੱਤਵਪੂਰਨ ਪੌੜੀਆਂ ਦੀ ਪਾਏਦਾਨ ਉੱਤੇ ਹੋ। ਫਿਰ ਭਜਨਕਾਰ ਦੇ ਨਾਲ ਤੁਸੀਂ ਵੀ ਕਹੋਗੇ, ਉਹ ਬੁਢਾਪੇ ਵਿੱਚ ਵੀ ਫਲ ਦੇਣਗੇ, ਉਹ ਮੋਟੇ ਤੇ ਸਮਰਿੱਧ ਹੋਣਗੇ। ਲੇਕਿਨ ਆਤਮਾ ਦੇ ਫਲ ਪ੍ਰੇਮ, ਖੁਸ਼ੀ, ਧੀਰਜ, ਨਰਮੀ, ਚੰਗਿਆਈ, ਆਸਥਾ, ਨਿਮਰਤਾ, ਸਹਿਨਸ਼ੀਲਤਾ ਹੈ। ਇਹਨਾਂ ਦੇ ਖਿਲਾਫ ਕੋਈ ਕਾਨੂੰਨ ਨਹੀਂ ਹੈ। ਤੁਸੀਂ ਅਨੰਤ ਜੀਵਨ ਦੇ ਸ਼ਿਸ਼ੂ ਜਿਹਦਾ ਕੋਈ ਅੰਤ ਨਹੀਂ। ਤੁਸੀਂ ਅਮਰਤਾ ਦੇ ਵਾਰਸ ਹੋ। ਯਾਦ ਰੱਖਣ ਯੋਗ ਵਿਚਾਰ। ਪਹਿਲਾ, ਧੀਰਜ, ਦਿਆਲਤਾ, ਪ੍ਰੇਮ, ਸਦਭਾਵਨਾ, ਖੁਸ਼ੀ, ਆਨੰਦ, ਬੁੱਧੀ ਤੇ ਸਿਆਣਪ ਵਰਗੇ ਗੁਣ ਕਦੇ ਬੁੱਢੇ ਨਹੀਂ ਹੁੰਦੇ। ਉਹਨਾਂ ਨੂੰ ਵਿਕਸਤ ਤੇ ਵਿਅਕਤ ਕਰਾਂਗੇ ਤਾਂ ਤੁਸੀਂ ਮਾਨਸਿਕ ਤੇ ਸਰੀਰਕ ਤੌਰ ਤੇ ਜਵਾਨ ਬਣੇ ਰਹੋਗੇ। ਸਮੇਂ ਦੇ ਪ੍ਰਭਾਵਾਂ ਦਾ ਮਾਨਸਿਕ ਡਰ ਅਸਮੇਂ ਬੁਢਾਪੇ ਦੇ ਕਾਰਨ ਹੋ ਸਕਦਾ ਹੈ। ਤੀਸਰਾ, ਬੁਢਾਪੇ ਦਾ ਸਾਲਾਂ ਦੀ ਉਡਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਹ ਤਾਂ ਇਨਸਾਨ ਦੇ ਮਸਤਿਸ਼ਕ ਵਿੱਚ ਬੁੱਧੀ ਦਾ ਪਹੁ ਫਟਾ। ਚੌਥਾ, ਤੁਹਾਡੇ ਜੀਵਨ ਦੇ ਸਭ ਤੋਂ ਉਪਯੋਗੀ ਸਾਲ 65 ਤੋਂ 95 ਤੱਕ ਦੇ ਹੋ ਸਕਦੇ ਹਨ। ਪੰਜਵਾਂ, ਬੁਢਾਪੇ ਦਾ ਸਵਾਗਤ ਕਰੋ। ਇਹਦਾ ਮਤਲਬ ਇਹ ਹੈ ਕਿ ਤੁਸੀਂ ਜੀਵਨ ਦੀ ਰਾਹ 'ਤੇ ਜ਼ਿਆਦਾ ਉੱਤੇ ਵੱਧ ਰਹੇ ਹੋ, ਜਿਹਦਾ ਕੋਈ ਅੰਤ ਨਹੀਂ ਹੈ। ਛੇਵਾਂ, ਈਸ਼ਵਰ ਜੀਵਨ ਹੈ ਤੇ ਇਹ ਹੁਣ ਤੁਹਾਡਾ ਜੀਵਨ ਹੈ। ਜੀਵਨ ਲਗਾਤਾਰ ਨਵਾਂ ਕਰਨ ਵਾਲਿਆਂ, ਸਦੀਵੀ ਤੇ ਅਵਿਨਾਸ਼ੀ ਹੈ ਤੇ ਸਾਰੇ ਇਨਸਾਨਾਂ ਦੀ ਵਾਸਤਵਿਕਤਾ ਹੈ। ਤੁਸੀਂ ਹਮੇਸ਼ਾ ਜਿੱਤਦੇ ਹੋ ਕਿਉਂਕਿ ਤੁਹਾਡਾ ਜੀਵਨ ਈਸ਼ਵਰ ਦਾ ਜੀਵਨ ਹੈ। ਸੱਤਵਾਂ, ਤੁਸੀਂ ਆਪਣੇ ਮਸਤਿਸ਼ਕ ਨੂੰ ਨਹੀਂ ਦੇਖ ਸਕਦੇ, ਲੇਕਿਨ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੋਲ ਇੱਕ ਮਸਤਿਸ਼ਕ ਹੈ। ਤੁਸੀਂ ਭਾਵਨਾ ਨੂੰ ਨਹੀਂ ਦੇਖ ਸਕਦੇ, ਲੇਕਿਨ ਤੁਸੀਂ ਜਾਣਦੇ ਹੋ ਕਿ ਖੇਡ ਭਾਵਨਾ ਹੁੰਦੀ ਹੈ। ਕਲਾ ਦੀ, ਸੰਗੀਤ ਦੀ, ਵਕਤਾ ਦੀ ਭਾਵਨਾ ਵੀ ਵਾਸਤਵਿਕ ਹੁੰਦੀ ਹੈ। ਇਸੇ ਤਰ੍ਹਾਂ ਤੁਹਾਡੇ ਦਿਲੋਂ ਦਿਮਾਗ 'ਚ ਚੱਲਣ ਵਾਲੀ ਚੰਗਿਆਈ, ਸੱਚ ਤੇ ਸੁੰਦਰਤਾ ਦੀਆਂ ਭਾਵਨਾਵਾਂ ਵਾਸਤਵਿਕ ਹਨ। ਤੁਸੀਂ ਜ਼ਿੰਦਗੀ ਨੂੰ ਨਹੀਂ ਦੇਖ ਸਕਦੇ, ਲੇਕਿਨ ਤੁਸੀਂ ਜਾਣਦੇ ਹੋ ਕਿ ਤੁਸੀਂ ਜਿੰਦਾ ਹੋ। ਅੱਠਵਾਂ, ਬੁਢਾਪੇ ਨੂੰ ਉੱਚਤਮ ਨਜ਼ਰੀਏ ਨਾਲ ਈਸ਼ਵਰ ਦੀਆਂ ਸੱਚਾਈਆਂ ਦਾ ਮਨਨ ਕਿਹਾ ਜਾ ਸਕਦਾ ਹੈ। ਬੁਢਾਪੇ ਦੀਆਂ ਖੁਸ਼ੀਆਂ ਜਵਾਨੀ ਦੀਆਂ ਖੁਸ਼ੀਆਂ ਤੋਂ ਜ਼ਿਆਦਾ ਵੱਡੀਆਂ ਹਨ। ਤੁਹਾਡਾ ਮਸਤਿਸ਼ਕ ਅਧਿਆਤਮਕ ਤੇ ਮਾਨਸਿਕ ਖੇਡ 'ਚ ਵਿਅਸਤ ਰਹਿੰਦਾ ਹੈ। ਪ੍ਰਕਿਰਤੀ ਤੁਹਾਡੇ ਸਰੀਰ ਨੂੰ ਧੀਮਾ ਕਰ ਦਿੰਦੀ ਹੈ ਤਾਂ ਕਿ ਤੁਹਾਨੂੰ ਦੈਵੀ ਚੀਜ਼ਾਂ 'ਤੇ ਮਨਨ ਕਰਨ ਦਾ ਮੌਕਾ ਮਿਲ ਸਕੇ। ਨੌਵਾਂ, ਅਸੀਂ ਕਿਸੇ ਵਿਅਕਤੀ ਦੀ ਉਮਰ ਦੇ ਸਾਲਾਂ ਨੂੰ ਤਦ ਤੱਕ ਨਹੀਂ ਗਿਣ ਸਕਦੇ ਜਦ ਤੱਕ ਕਿ ਉਹਦੇ ਕੋਲ ਗਿਣਨ ਲਾਇਕ ਹੋਰ ਕੁਝ ਨਾ ਹੋਵੇ। ਤੁਹਾਡੀ ਆਸਥਾ ਤੇ ਵਿਸ਼ਵਾਸ ਦਾ ਕਦੇ ਪਤਨ ਨਹੀਂ ਹੋ ਸਕਦਾ। 10ਵਾਂ, ਤੁਸੀਂ ਓਨੇ ਹੀ ਜਵਾਨ ਹੋ ਜਿੰਨਾ ਆਪਣੇ ਆਪ ਨੂੰ ਮੰਨਦੇ ਹੋ। ਤੁਸੀਂ ਓਨੇ ਹੀ ਤਾਕਤਵਰ ਹੋ ਜਿੰਨਾ ਆਪਣੇ ਆਪ ਨੂੰ ਮੰਨਦੇ ਹੋ। ਤੁਸੀਂ ਓਨੇ ਹੀ ਉਪਯੋਗੀ ਹੋ ਜਿੰਨਾ ਆਪਣੇ ਆਪ ਨੂੰ ਮੰਨਦੇ ਹੋ। ਤੁਸੀਂ ਆਪਣੇ ਵਿਚਾਰਾਂ ਜਿੰਨੇ ਹੀ ਜਵਾਨ ਹੋ। 11ਵਾਂ, ਤੁਹਾਡੇ ਚਿੱਟੇ ਵਾਲ ਸੰਪਤੀ ਹਨ। ਤੁਸੀਂ ਆਪਣੇ ਚਿੱਟੇ ਵਾਲ ਨਹੀਂ ਵੇਚ ਰਹੇ ਹੋ। ਤੁਸੀਂ ਆਪਣੀ ਯੋਗਤਾ, ਪ੍ਰਤਿਭਾ ਤੇ ਬੁੱਧੀਮਾਨੀ ਵੇਚ ਰਹੇ ਹੋ, ਜਿਹੜੀ ਤੁਸੀਂ ਸਾਲਾਂ ਦੇ ਅਨੁਭਵਾਂ ਨਾਲ ਇਕੱਤਰ ਕੀਤੀ ਹੈ। 12ਵਾਂ, ਫੈਸ਼ਨੇਬਲ ਡਾਈਟਿੰਗ ਤੇ ਮਹਿੰਗੀਆਂ ਗੋਲੀਆਂ ਤੁਹਾਨੂੰ ਜਵਾਨ ਨਹੀਂ ਰੱਖਣਗੀਆਂ। ਵਿਅਕਤੀ ਜਿਵੇਂ ਸੋਚਦਾ ਹੈ ਤਿਵੇਂ ਹੀ ਹੁੰਦਾ ਹੈ। 13ਵਾਂ, ਬੁਢਾਪੇ ਦਾ ਡਰ ਸਰੀਰਕ ਤੇ ਮਾਨਸਿਕ ਪਤਨ ਉਤਪੰਨ ਕਰ ਸਕਦਾ ਹੈ। ਮੈਨੂੰ ਜਿਸ ਚੀਜ਼ ਦਾ ਬੜਾ ਡਰ ਸੀ ਉਹ ਹੋ ਗਈ। 14ਵਾਂ, ਤੁਸੀਂ ਤਦੋਂ ਬੁੱਢੇ ਹੁੰਦੇ ਹੋ ਜਦੋਂ ਤੁਸੀਂ ਸੁਪਨੇ ਦੇਖਣੇ ਛੱਡ ਦਿੰਦੇ ਹੋ, ਜੀਵਨ 'ਚ ਦਿਲਚਸਪੀ ਖੋ ਦਿੰਦੇ ਹੋ। ਤੁਸੀਂ ਤਦ ਬੁੱਢੇ ਹੁੰਦੇ ਹੋ ਜਦੋਂ ਤੁਸੀਂ ਚਿੜਚਿੜੇ, ਸਨਕੀ, ਬਦਮਿਜ਼ਾਜ ਤੇ ਝਗੜਾਲੂ ਹੋ ਜਾਂਦੇ ਹੋ। ਆਪਣੇ ਮਨ ਨੂੰ ਈਸ਼ਵਰ ਦੀਆਂ ਸੱਚਾਈਆਂ ਨਾਲ ਭਰੋ ਤੇ ਉਹਦੇ ਪ੍ਰੇਮ ਦੀ ਧੁੱਪ ਫੈਲਾਓ। ਇਹੀ ਜਵਾਨੀ ਹੈ। 15ਵਾਂ, ਅਗਾਂਹ ਦੇਖੋ ਕਿਉਂਕਿ ਹਰ ਸਮੇਂ ਤੁਸੀਂ ਅਸੀਮ ਜੀਵਨ ਨੂੰ ਦੇਖ ਰਹੇ ਹੋ। 16ਵਾਂ, ਤੁਹਾਡਾ ਰਿਟਾਇਰਮੈਂਟ ਇੱਕ ਨਵੀਂ ਮੁਹਿੰਮ ਹੈ। ਨਵੇਂ ਅਧਿਐਨ ਤੇ ਰੁਚੀਆਂ ਉੱਤੇ ਧਿਆਨ ਦਿਓ। ਤੁਸੀਂ ਉਹ ਕੰਮ ਕਰ ਸਕਦੇ ਹੋ ਜਿਹੜਾ ਤੁਸੀਂ ਹਮੇਸ਼ਾ ਤੋਂ ਕਰਨਾ ਚਾਹੁੰਦੇ ਸੀ, ਪਰ ਪਹਿਲਾਂ ਇਸ ਲਈ ਨਹੀਂ ਕਰ ਪਾਏ ਕਿਉਂਕਿ ਤੁਸੀਂ ਕਮਾਉਣ 'ਚ ਵਿਅਸਤ ਸੀ। ਜੀਵਨ ਜਿਉਣ 'ਤੇ ਹੁਣ ਧਿਆਨ ਦਿਓ। 17ਵਾਂ, ਸਮਾਜ ਦੇ ਕੈਦੀ ਨਹੀਂ ਨਿਰਮਾਤਾ ਬਣੋ। ਆਪਣੀ ਰੌਸ਼ਨੀ ਝਾੜੀਆਂ ਹੇਠ ਨਾ ਛੁਪਾਓ। 18ਵਾਂ, ਜਵਾਨੀ ਦੇ ਰਹੱਸ ਪ੍ਰੇਮ, ਖੁਸ਼ੀ, ਆਂਤਰਿਕ ਸ਼ਾਂਤੀ ਤੇ ਹੱਸਣਾ ਹੈ। ਈਸ਼ਵਰ ਖੁਸ਼ੀ ਨਾਲ ਭਰਪੂਰ ਹੈ। ਈਸ਼ਵਰ ਵਿੱਚ ਜ਼ਰਾ ਵੀ ਹਨੇਰਾ ਨਹੀਂ ਹੈ। 19ਵਾਂ, ਤੁਹਾਡੀ ਲੋੜ ਹੈ
ਕਈ ਮਹਾਨ ਦਾਰਸ਼ਨਿਕਾਂ, ਕਲਾਕਾਰਾਂ, ਵਿਗਿਆਨਕਾਂ, ਲੇਖਕਾਂ ਤੇ ਹੋਰ ਮਸ਼ਹੂਰ ਲੋਕਾਂ ਨੇ ਆਪਣਾ ਮਹਾਨਤਮ ਕਾਰਜ 80 ਸਾਲ ਦੀ ਉਮਰ ਤੋਂ ਬਾਅਦ ਹੀ ਕੀਤਾ ਹੈ। 20ਵਾਂ ਬੁਢਾਪੇ ਦਾ ਫਲ ਹੈ ਪ੍ਰੇਮ, ਖੁਸ਼ੀ, ਸ਼ਾਂਤੀ, ਧੀਰਜ, ਨਰਮੀ, ਚੰਗਿਆਈ, ਆਸਥਾ, ਨਿਮਰਤਾ ਤੇ ਸੰਜਮ। 21ਵਾਂ ਤੁਸੀਂ ਅਸੀਮ ਜੀਵਨ ਦੇ ਸ਼ਿਸ਼ੂ ਹੋ ਜਿਹਦਾ ਕੋਈ ਅੰਤ ਨਹੀਂ ਹੈ। ਤੁਸੀਂ ਅਮਰਤਾ ਦੇ ਵਾਰਸ ਹੋ। ਤੁਸੀਂ ਅਨੂਠੇ ਹੋ। ਸੱਚੀ ਅਰਦਾਸ। ਮੰਗੋ ਤੇ ਤੁਹਾਨੂੰ ਮਿਲ ਜਾਏਗਾ, ਖੋਜੋ ਤੇ ਤੁਸੀਂ ਪਾ ਲਓਗੇ, ਖੜਕਾਓ ਤੇ ਤੁਹਾਡੇ ਲਈ ਦਰਵਾਜ਼ਾ ਖੁੱਲ੍ਹ ਜਾਏਗਾ। ਇਹ ਬਿਹਤਰੀਨ ਲਾਈਨ ਸਾਨੂੰ ਕੀ ਦੱਸਦੀ ਹੈ? ਇਹਦਾ ਸਪਸ਼ਟ ਅਰਥ ਹੈ ਕਿ ਤੁਸੀਂ ਜੋ ਚੀਜ਼ ਮੰਗੋਗੇ ਉਹ ਤੁਹਾਨੂੰ ਮਿਲ ਜਾਏਗੀ। ਜਦ ਤੁਸੀਂ ਖੜਕਾਓਗੇ ਤਾਂ ਤੁਹਾਡੇ ਲਈ ਦਰਵਾਜ਼ਾ ਖੁੱਲ੍ਹ ਜਾਏਗਾ। ਤੁਸੀਂ ਜਿਸ ਨੂੰ ਖੋਜ ਰਹੇ ਹੋ ਉਹਨੂੰ ਪਾ ਲਓਗੇ। ਇਸ ਸਬਕ ਵਿੱਚ ਮਾਨਸਿਕ ਤੇ ਅਧਿਆਤਮਕ ਨਿਯਮਾਂ ਦੀ ਨਿਸ਼ਚਿਤਤਾ ਨਿਹਿਤ ਹੈ। ਤੁਹਾਡੇ ਚੇਤਨ ਚਿੰਤਨ ਤੇ ਤੁਹਾਡੇ ਅਵਚੇਤਨ ਮਨ ਦੀ ਅਸੀਮ ਬੁੱਧੀਮਤਾ ਹਮੇਸ਼ਾ ਸਿੱਧੀ ਪ੍ਰਤੀਕਿਰਿਆ ਕਰਦੀ ਹੈ। ਤੁਸੀਂ ਰੋਟੀ ਮੰਗੋਗੇ ਤਾਂ ਤੁਹਾਨੂੰ ਪੱਥਰ ਨਹੀਂ ਮਿਲਣਗੇ। ਤੁਹਾਨੂੰ ਪੂਰੇ ਵਿਸ਼ਵਾਸ ਨਾਲ ਮੰਗਣਾ ਪਏਗਾ ਤਾਂ ਹੀ ਤੁਹਾਨੂੰ ਮਿਲੇਗਾ। ਤੁਹਾਡਾ ਮਨ ਵਿਚਾਰ ਨਾਲ ਵਸਤੂ ਵੱਲ ਚੱਲਦਾ ਹੈ। ਜਦ ਤੱਕ ਮਨ 'ਚ ਤਸਵੀਰ ਨਹੀਂ ਹੋਏਗੀ ਤਦ ਤੱਕ ਮਨ ਨਹੀਂ ਚੱਲ ਸਕਦਾ। ਅੱਗੇ ਵਧਣ ਲਈ ਕੁਝ ਨਹੀਂ ਹੋਏਗਾ। ਤੁਹਾਡੀ ਪ੍ਰਾਰਥਨਾ ਜਿਹੜਾ ਤੁਹਾਡਾ ਮਾਨਸਿਕ ਕਰਮ ਹੈ ਉਸ ਨੂੰ ਪਹਿਲਾਂ ਤੁਹਾਡੀ ਮਾਨਸਿਕ ਤਸਵੀਰ ਨੂੰ ਬਣਾਉਣਾ ਪਏਗਾ। ਤਦ ਹੀ ਤੁਹਾਡੇ ਅਵਚੇਤਨ ਦੀ ਸ਼ਕਤੀ ਇਸ 'ਤੇ ਕੰਮ ਕਰਦੀ ਹੈ, ਇਹਨੂੰ ਸਾਕਾਰ ਕਰਦੀ ਹੈ। ਇਸ ਤੋਂ ਇਲਾਵਾ ਆਪਣੀ ਮਨੋਕਾਮਨਾ ਦੀ ਪੂਰਤੀ ਨੂੰ ਪਹਿਲਾਂ ਤੋਂ ਹੀ ਦੇਖਣ ਦੀ ਖੁਸ਼ੀ ਤੇ ਸੁੱਖ ਦੀ ਭਾਵਨਾ ਹੋਣੀ ਚਾਹੀਦੀ ਹੈ। ਸੱਚੀ ਪ੍ਰਾਰਥਨਾ ਦੀ ਕਲਾ ਤੇ ਵਿਗਿਆਨ ਦਾ ਪੁਖਤਾ ਆਧਾਰ ਤੁਹਾਡਾ ਇਹ ਗਿਆਨ ਤੇ ਪੂਰਨ ਵਿਸ਼ਵਾਸ ਹੈ ਕਿ ਤੁਹਾਡੇ ਚੇਤਨ ਮਨ ਦੀ ਗਤੀਵਿਧੀ ਤੇ ਤੁਹਾਡਾ ਅਵਚੇਤਨ ਮਨ ਨਿਸ਼ਚਿਤ ਪ੍ਰਤੀਕਿਰਿਆ ਕਰੇਗਾ ਜਿਸ 'ਚ ਅਸੀਮ ਗਿਆਨ ਤੇ ਅਸੀਮ ਸ਼ਕਤੀ ਹੈ। ਇਹਨਾਂ ਤਰੀਕਿਆਂ ਨਾਲ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲ ਜਾਏਗਾ। ਧੰਨਵਾਦ ਦੀ ਤਕਨੀਕ। ਹੁਣੇ ਇੱਕ ਮੁਟਿਆਰ ਮਾਂ ਨੇ ਮੈਨੂੰ ਇਸ ਤਕਨੀਕ ਬਾਰੇ ਆਪਣਾ ਅਨੁਭਵ ਦੱਸਿਆ। ਉਹਨੇ ਕਿਹਾ ਮੇਰੀ ਨੌਕਰੀ ਛੁੱਟ ਗਈ ਸੀ ਤੇ ਮੈਂ ਦਿਵਾਲੀਆ ਸੀ। ਮੇਰੇ 3 ਬੱਚੇ ਸੀ ਜਿਨ੍ਹਾਂ ਦਾ ਮੈਂ ਢਿੱਡ ਭਰਨਾ ਸੀ। ਮੈਂ ਨਹੀਂ ਜਾਣਦੀ ਸੀ ਕਿ ਮਦਦ ਲਈ ਕਿੱਥੇ ਜਾਵਾਂ। ਫਿਰ ਮੈਂ ਤੁਹਾਡੀ ਗੱਲ ਸੁਣੀ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਮਿਲਣ ਤੋਂ ਪਹਿਲਾਂ ਹੀ ਸਾਨੂੰ ਕਿਰਤੱਗ ਹੋ ਕੇ ਧੰਨਵਾਦ ਦੇਣਾ ਚਾਹੀਦਾ ਹੈ। ਇੰਝ ਲੱਗਿਆ ਜਿਵੇਂ ਮੇਰੇ ਦਿਮਾਗ ਦੀ ਬੱਤੀ ਜਲ ਗਈ ਹੋਵੇ। ਮੈਂ ਸਮਝ ਗਈ ਕਿ ਮੈਨੂੰ ਇਸ ਨੂੰ ਅਜ਼ਮਾਉਣਾ ਪਏਗਾ। ਹਰ ਰਾਤ ਤੇ ਸਵੇਰ 3 ਹਫ਼ਤਿਆਂ ਤੱਕ ਉਹ ਔਰਤ ਇਹ ਸ਼ਬਦ ਦੁਹਰਾਉਂਦੀ ਰਹੀ, ਪਰਮਪਿਤਾ ਮੇਰੀ ਦੌਲਤ ਲਈ ਧੰਨਵਾਦ। ਉਹਨੇ ਇਹ ਕੰਮ ਸ਼ਿਥਲ ਸ਼ਾਂਤ ਅਵਸਥਾ ਵਿੱਚ ਕੀਤਾ। ਤਦ ਤੱਕ ਕਰਦੀ ਰਹੀ ਜਦ ਤੱਕ ਕਿ ਕਿਰਤੱਗਤਾ ਦੀ ਭਾਵਨਾ ਉਹਦੇ ਦਿਮਾਗ ਉੱਤੇ ਹਾਵੀ ਨਹੀਂ ਹੋ ਗਈ। ਉਹਨੇ ਕਲਪਨਾ ਕੀਤੀ ਕਿ ਉਹ ਆਪਣੇ ਅੰਦਰਲੀ ਅਸੀਮ ਸ਼ਕਤੀ ਤੇ ਬੁੱਧੀਮਤਾ ਨੂੰ ਸੱਦਾ ਦੇ ਰਹੀ ਹੈ। ਹਾਲਾਂਕਿ ਜ਼ਾਹਰ ਹੈ ਉਹ ਰਚਨਾਤਮਕ ਬੁੱਧੀਮਤਾ ਜਾਂ ਅਸੀਮ ਮਸਤਿਸ਼ਕ ਨੂੰ ਨਹੀਂ ਦੇਖ ਸਕਦੀ ਸੀ। ਉਹ ਅਧਿਆਤਮਕ ਅਨੁਭੂਤੀ ਦੀ ਅੰਦਰਲੀ ਅੱਖ ਨਾਲ ਦੇਖ ਰਹੀ ਸੀ ਤੇ ਉਹਨੂੰ ਇਹ ਅਹਿਸਾਸ ਸੀ ਦੌਲਤ ਦੀ ਉਹਦੀ ਵਿਚਾਰ ਛਵੀ ਪਹਿਲਾ ਕਾਰਨ ਫਸਟ ਕਾਜ਼ ਸੀ ਜਿਸ ਨਾਲ ਉਹਨੂੰ ਧਨ, ਮਾਣ ਤੇ ਭੋਜਨ ਮਿਲੇਗਾ। ਬਾਰ-ਬਾਰ ਧੰਨਵਾਦ ਪਰਮਪਿਤਾ ਦੁਹਰਾ ਕੇ ਮਹਿਲਾ ਦਾ ਦਿਲੋਂ ਦਿਮਾਗ ਸਵੀਕ੍ਰਿਤੀ ਦੇ ਬਿੰਦੂ ਤੱਕ ਪੁੱਜ ਗਿਆ। ਜਦ ਉਹਦੇ ਮਨ 'ਚ ਥੁੜ ਗਰੀਬੀ ਤੇ ਰੋਗ ਦੇ ਵਿਚਾਰ ਆਉਂਦੇ ਤਾਂ ਉਹ ਲੋੜ ਅਨੁਸਾਰ ਬਾਰ-ਬਾਰ ਕਹਿੰਦੀ ਸੀ ਧੰਨਵਾਦ ਪਰਮਪਿਤਾ। ਉਹ ਜਾਣਦੀ ਸੀ ਜੇ ਉਹ ਕਿਰਤੱਗ ਨਜ਼ਰੀਆ ਰੱਖੇਗੀ ਤਾਂ ਉਹਦਾ ਦਿਮਾਗ ਦੌਲਤ ਦੇ ਵਿਚਾਰ ਨੂੰ ਸਵੀਕਾਰ ਕਰ ਲਏਗਾ। ਇਹੀ ਹੋਇਆ। ਉਸ ਮਹਿਲਾ ਨੂੰ ਪ੍ਰਾਰਥਨਾ ਦਾ ਇਹ ਰੌਚਕ ਨਤੀਜਾ ਮਿਲਿਆ। ਪ੍ਰਾਰਥਨਾ ਸ਼ੁਰੂ ਕਰਨ ਦੇ ਕੁਝ ਸਮਾਂ ਬਾਅਦ ਉਹਨੂੰ ਰਾਹ 'ਚ ਇੱਕ ਸਾਬਕਾ ਨਿਯੁਕਤਾ ਮਿਲਿਆ ਜਿਸ ਨਾਲ ਉਹ 5 ਸਾਲਾਂ ਤੋਂ ਨਹੀਂ ਮਿਲੀ ਸੀ। ਉਹਨੇ ਉਹਦੇ ਸਾਹਮਣੇ ਚੰਗੀ ਤਨਖਾਹ ਵਾਲੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ। ਉਹਨੇ ਉਹਨੂੰ ਕਰਜ਼ ਵੀ ਦਿੱਤਾ ਤਾਂ ਜੋ ਪਹਿਲੀ ਤਨਖਾਹ ਮਿਲਣ ਤੱਕ ਕੰਮ ਚਲਾ ਸਕੇ। ਉਸ ਔਰਤ ਨੇ ਮੈਨੂੰ ਕਿਹਾ ਮੈਂ ਧੰਨਵਾਦ ਪਰਮਪਿਤਾ ਦੀ ਅਦਭੁਤ ਸ਼ਕਤੀ ਨੂੰ ਕਦੇ ਭੁੱਲ ਨਹੀਂ ਸਕਦੀ। ਇਸ ਨੇ ਮੇਰੇ ਲਈ ਚਮਤਕਾਰ ਕੀਤਾ ਹੈ। ਤੁਹਾਡੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ। ਕੁਝ ਸਾਲ ਪਹਿਲਾਂ ਮੈਨੂੰ ਭਾਰਤ ਵਿੱਚ ਰਿਸ਼ੀਕੇਸ਼ ਦੀ ਯੋਗਾ ਫਾਰੈਸਟ ਯੂਨੀਵਰਸਿਟੀ 'ਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਉੱਥੇ ਮੁੰਬਈ ਦੇ ਇੱਕ ਸਰਜਨ ਨਾਲ ਮੇਰੀ ਲੰਮੀ ਗੱਲਬਾਤ ਹੋਈ। ਉਹਨਾਂ ਤੋਂ ਮੈਂ ਡਾਕਟਰ ਜੇਮਸ ਐਸਡੇਲ ਦੀ ਹੈਰਾਨੀ ਭਰੀ ਕਹਾਣੀ ਸੁਣੀ। ਐਸਡੇਲ ਇੱਕ ਸਕਾਟਿਸ਼ ਸਰਜਨ ਸਨ ਜਿਨ੍ਹਾਂ ਨੇ 1840 ਦੇ ਦਹਾਕੇ 'ਚ ਬੰਗਾਲ ਵਿੱਚ ਕੰਮ ਕੀਤਾ। ਉਸ ਜ਼ਮਾਨੇ 'ਚ ਬੇਸੁੱਧ ਕਰਨ ਲਈ ਈਥਰ ਜਾਂ ਰਸਾਇਣਿਕ ਐਨੈਸਥੀਸੀਆ
ਦੀ ਹੋਰ ਅਜੋਕੀ ਵਿਧੀਆਂ ਦਾ ਇਸਤੇਮਾਲ ਨਹੀਂ ਹੁੰਦਾ ਸੀ। 1843 ਤੇ 1846 ਵਿਚਕਾਰ ਡਾਕਟਰ ਐਸਡੇਲ ਨੇ ਸਾਰੀਆਂ ਤਰ੍ਹਾਂ ਦੇ ਕੁੱਲ ਮਿਲਾ ਕੇ 400 ਵੱਡੇ ਆਪਰੇਸ਼ਨ ਕੀਤੇ। ਉਹਨਾਂ ਵਿੱਚ ਅੱਖਾਂ, ਕੰਨ ਤੇ ਗਲੇ ਦੇ ਆਪਰੇਸ਼ਨਾਂ ਤੋਂ ਇਲਾਵਾ ਅੰਗ ਕੱਟਣ, ਟਿਊਮਰ ਹਟਾਉਣ ਤੇ ਕੈਂਸਰ ਦੀ ਗੰਢ ਹਟਾਉਣ ਦੇ ਆਪਰੇਸ਼ਨ ਸ਼ਾਮਲ ਸਨ। ਇਹਨਾਂ ਸਾਰਿਆਂ ਆਪਰੇਸ਼ਨਾਂ ਵਿੱਚ ਕੇਵਲ ਮਾਨਸਿਕ ਐਨਸਥੀਸੀਆ ਹੀ ਦਿੱਤਾ ਗਿਆ। ਮਰੀਜ਼ਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਹੋਇਆ ਤੇ ਆਪਰੇਸ਼ਨ ਦੌਰਾਨ ਉਹਨਾਂ ਵਿੱਚੋਂ ਕੋਈ ਨਹੀਂ ਮਰਿਆ। ਹੈਰਾਨੀ ਦੀ ਗੱਲ ਇਹ ਵੀ ਸੀ ਕਿ ਆਪਰੇਸ਼ਨ ਤੋਂ ਬਾਅਦ ਵੀ ਐਸਡੇਲ ਦੇ ਬਹੁਤ ਘੱਟ ਮਰੀਜ਼ ਮਰੇ। ਇਹ ਉਸ ਵੇਲੇ ਦੀ ਗੱਲ ਸੀ ਜਦੋਂ ਲੂਈ ਪਾਸਚਰ ਤੇ ਜੋਸਫ ਲਿਸਟਰ ਨੇ ਇਹ ਸਾਬਤ ਨਹੀਂ ਸੀ ਕੀਤਾ ਕਿ ਛੂਤ ਰੋਗ ਬੈਕਟੀਰੀਆ ਤੋਂ ਫੈਲਦਾ ਸੀ। ਕਿਸੇ ਨੂੰ ਵੀ ਇਹ ਅਹਿਸਾਸ ਨਹੀਂ ਸੀ ਕਿ ਆਪਰੇਸ਼ਨ ਤੋਂ ਬਾਅਦ ਹੋਣ ਵਾਲੀ ਛੂਤ ਦੂਸ਼ਿਤ ਔਜ਼ਾਰਾਂ ਤੇ ਹਾਨੀਕਾਰਕ ਵਿਸ਼ਾਣੂਆਂ ਦੇ ਕਾਰਨ ਹੁੰਦੇ ਹਨ। ਜਦੋਂ ਐਸਡੇਲ ਆਪਣੇ ਮਰੀਜ਼ਾਂ ਨੂੰ ਸੰਮੋਹਨ ਦੀ ਅਵਸਥਾ ਵਿੱਚ ਇਹ ਸੁਝਾਅ ਦਿੰਦੇ ਸੀ ਕਿ ਉਹਨਾਂ ਨੂੰ ਕੋਈ ਸੰਕਰਮਣ ਜਾਂ ਸੈਪਟਿਕ ਨਹੀਂ ਹੋਏਗਾ, ਉਹਨਾਂ ਦਾ ਅਵਚੇਤਨ ਮਨ ਇਸ ਸੁਝਾਅ 'ਤੇ ਪ੍ਰਤੀਕਿਰਿਆ ਕਰਕੇ ਛੂਤ ਛਾਤ ਦੇ ਜੀਵਨ ਘਾਤੀ ਖਤਰਿਆਂ ਤੋਂ ਲੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੰਦਾ ਸੀ। 150 ਸਾਲ ਪਹਿਲਾਂ ਇਸ ਸਕਾਟਿਸ਼ ਸਰਜਨ ਨੇ ਇਹ ਖੋਜ ਲਿਆ ਸੀ ਕਿ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਦਾ ਇਸਤੇਮਾਲ ਕਿਵੇਂ ਕੀਤਾ ਜਾਏ। ਇਸ ਗੱਲ ਉੱਤੇ ਹੈਰਾਨੀ ਤੇ ਸ਼ਰਧਾ ਹੋਣੀ ਸੁਭਾਵਕ ਹੈ। ਜਿਹੜੀਆਂ ਪ੍ਰਾਭੌਤਿਕ ਸ਼ਕਤੀਆਂ ਨੇ ਡਾਕਟਰ ਐਸਡੇਲ ਨੂੰ ਪ੍ਰੇਰਿਤ ਕੀਤਾ, ਉਹਨਾਂ ਦੇ ਮਰੀਜ਼ਾਂ ਨੂੰ ਮੌਤ ਤੋਂ ਬਚਾਇਆ, ਉਹਨਾਂ ਤੋਂ ਲਾਹਾ ਅਸੀਂ ਵੀ ਲੈ ਸਕਦੇ ਹਾਂ।